बहुत सारे मुद्दे होंगे जिन्होंने मुद्दों को लैके बहसा विवाद छिड़ते है, पर जो मामला गुरबाणी के प्रसार को लैके होवे तो बहुत बड़ा सवाल इस करके भी उठता है कि आखिर इस मुद्दे के विवाद या बहसा क्यों है। और जथेदार हरप्रीत सिंह ने भी 2-4 बारी श्रोमणी कमेटी को कहा कि तुसी एक होर इस तरह का रेडियो स्टेशन या जो भी कोई टैलीकास्ट करने का स्टेशन बना लो तो सारे वन की लिंक भेज दिओ। ये सारा कुछ ठीक सी, लेकिन पता नहीं क्यों ये फैसला नहीं लै सकी श्रोमणी कमेटी। ਜਦੋਂ ਤੋਂ ਮੰਗ ਉੱਠ ਰਹੀ ਹੈ ਇੰਟੈਲੈਕਚੁਅਲ ਵੱਲੋਂ ਉੱਠ ਰਹੀ ਹੈ, ਸਰਦਾਰ ਗੁਰਤੇਜ ਸਿੰਘ ਜੀ ਮੋਲੇ ਨੇ ਹੁਣੇ ਪਹਿਲਾਂ ਵੀ ਸਾਰੇ ਹੀ ਆਪਾਂ ਕਹਿੰਦੇ ਸੀ ਕਿ ਵੀ ਏਕਾਧਿਕਾਰ ਆਰਬੀਸੀ ਦਾ ਇਹ ਉਹ ਉਦੋਂ ਮਸਲਾ ਹੱਲ ਕਰ ਲੈਂਦੇ। ਜੇ ਅੱਜ ਐਕਟ ਬਣ ਰਿਹਾ ਵਾ ਉਹ ਤੇ ਜਿਹੜਾ ਵੀ ਅੱਗੇ ਪ੍ਰੋਸੀਜਰ ਹੋਊ, ਮੈਨੂੰ ਲੱਗਦਾ ਐਸਜੀਪੀਸੀ ਵੀ ਛੇਤੀ ਕਰ ਰਹੀ ਆ ਤੇ ਸਰਕਾਰ ਨੇ ਤਾਂ ਛੇਤੀ ਕਰਨ ਵਾਲੀ ਹੱਦ ਹੀ ਕਰਤੀ ਵੀ ਇਹਨਾਂ ਇਸ਼ੂਆਂ ਨੂੰ ਲੈ ਕੇ ਜਿਹੜੇ ਇੱਕ ਕੋਈ ਰੈਲੀਵੈਂਸੀ ਹੈ ਨਹੀਂ, ਵੀਸੀ ਵਾਸਤੇ ਸੀਐਮ ਚਾਹੀਦਾ ਵਾ ਜਾਂ ਡੀਜੀਪੀ ਇਸ਼ੂ ਤੇ ਉਹਦੇ ਵਿੱਚ ਐਸਜੀਪੀਸੀ ਸਪੈਸ਼ਲ ਸੈਸ਼ਨ ਸੱਦਣ ਵਾਲੀ ਗੱਲ ਹੈ ਨਹੀਂ ਸੀ। ਆ ਜਿਹੜੀ ਇਹ ਜਲਦਬਾਜ਼ੀ ਆ ਇਹ ਕਿਤੇ ਨਾ ਕਿਤੇ ਰਾਜਨੀਤਿਕ ਸਕੋਰ ਜਿਹੜਾ ਸੈਟਲ ਕਰਨ ਵਾਲੀ ਗੱਲ ਹੈਗੀ ਆ ਤੇ ਮੈਨੂੰ ਇਹਦੇ ਵਿੱਚ ਵੱਡੀਆਂ ਤਾਕਤਾਂ ਦੀ ਵੀ ਸ਼ਮੂਲੀਅਤ ਲੱਗਦੀ ਆ। ਇਹ ਸਿਰਫ ਇੱਕ ਐਸੀ ਚਰਚਾ ਬਣਾ ਕੇ ਰੱਖਣਾ ਚਾਹੁੰਦੇ ਆ ਔਰ ਆਪਣੇ ਆਪ ਦੇ ਕਾਰਨਾਮਿਆਂ ਤੋਂ ਕਰਤੂਤਾਂ ਤੋਂ ਮੈਂ ਕਹੂੰਗਾ ਸਿੱਧਾ ਵੀ ਧਿਆਨ ਹਟਾ ਕੇ ਰੱਖਣਾ ਚਾਹੁੰਦੇ ਆ ਵੀ ਇੱਕ ਐਸੀ ਚੀਜ਼ ਜਿਹੜੀ ਛੇੜ ਦਿਓ, ਇੱਕ ਐਸੀ ਚੰਗਿਆੜੀ ਲਾ ਦਿਓ ਜਿਹੜੀ ਚਰਚਾ ਮੀਡੀਆ 'ਚ ਵੀ ਹੁੰਦੀ ਰਹੇ, ਮੀਡੀਆ ਵੀ ਸਾਡੇ ਵੱਲ ਧਿਆਨ ਨਾ ਦੇ, ਜਿਹੜੇ ਆਮ ਜਨਤਾ ਹੈਗੀ ਉਹ ਵੀ ਸਾਡੇ ਵੱਲ ਧਿਆਨ ਨਾ ਦੇ, ਉਹ ਇਸੇ ਚੀਜ਼ ਉਲਝੇ ਰਹਿਣ ਐਸਜੀਪੀਸੀ ਨੇ ਕੀ ਕੀਤਾ ਤੇ ਫਲਾਣੇ ਨੇ ਕੀ ਕੀਤਾ, ਜਥੇਦਾਰ ਸਾਹਿਬ ਨੇ ਕੀ ਕੀਤਾ, ਕਿਹਨੇ ਕੀ ਕਿਹਾ, ਲੇਕਿਨ ਪੰਜਾਬ ਦੇ ਵਿੱਚ ਹੋ ਕੀ ਰਿਹਾ ਇਹਦੇ ਵੱਲ ਧਿਆਨ ਨਾ ਜਾਵੇ। ਤਕਰੀਬਨ ਪੰਜਾਬ ਦੇ ਵਿੱਚ 1.5 ਕਰੋੜ ਸਿੱਖ ਨੇ ਤੇ ਸਿੱਖਾਂ ਦਾ ਇਹ ਆਪਣਾ ਮਸਲਾ ਹੈ ਕਿ ਉਹਨਾਂ ਨੇ ਕੀਰਤਨ ਦਾ ਜਿਹੜਾ ਰਿਲੇ ਆ ਉਹ ਕਿਸ ਤਰੀਕੇ ਦੇ ਨਾਲ ਕਰਨਾ ਆ। ਉਹ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਮਤਭੇਦ ਵੀ ਹੋ ਸਕਦੇ ਆ, ਪਰ ਇਹਦੇ ਵਿੱਚ ਸਰਕਾਰ ਦਾ ਇਨਵੋਲਵ ਹੋਣਾ ਹੀ ਮੈਨੂੰ ਜਿਹੜਾ ਉਹ ਜਾਇਜ਼ ਨਹੀਂ ਲੱਗਦਾ। ਐਸਜੀਪੀਸੀ ਜਿੱਦਾਂ ਮੈਂ ਕਿਹਾ ਉਹਨਾਂ ਨੇ ਜਾ ਕੇ ਗਵਰਨਰ ਨੂੰ ਬੇਨਤੀ ਕੀਤੀ ਹੈ ਕਿ ਗੁਰਬਾਣੀ ਪ੍ਰਸਾਰਨ ਦੇ ਮਾਮਲੇ 'ਤੇ ਜੋ ਬਿੱਲ ਲਿਆਂਦਾ ਗਿਆ ਪਾਸ ਕੀਤਾ ਗਿਆ ਉਹਨੂੰ ਐਕਟ ਦਾ ਰੂਪ ਨਾ ਧਾਰਨ ਕਰਨ ਦਿੱਤਾ ਜਾਵੇ, ਰੋਕੋ ਇਸ ਬਿੱਲ ਨੂੰ। ਖੈਰ ਕੀ ਬਣੇਗਾ, ਔਰ ਗਵਰਨਰ ਨੇ ਜ਼ਰੂਰ ਇਹ ਭਰੋਸਾ ਦਿੱਤਾ ਹੈ ਕਿ ਮੈਂ ਇਸ ਮਾਮਲੇ ਨੂੰ ਸੰਵਿਧਾਨਕ ਐਂਗਲ ਤੋਂ, ਕਾਨੂੰਨੀ ਨਜ਼ਰੀਏ ਤੋਂ, ਹਰ ਲਿਹਾਜ਼ ਤੋਂ ਦੇਖਾਂਗਾ। मेरा ख्याल है कि श्रोमणी कमेटी जे इस हद तक गुलाम ना होंदी कि वो किसी एक आदमी के हुक्म तो बाहर नहीं जा सकती तो शायद वो फैसला कर सकती, ਕਿਉਂਕਿ ਸਰਕਾਰ ਨੂੰ ਅਸਲੀ ਮੁੱਦਿਆਂ ਨਾਲ ਸੰਬੋਧਿਤ ਹੋਣਾ ਚਾਹੀਦਾ ਜਿਹੜਾ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੋਣ ਡਈ ਆ, ਜਾਂ ਫਿਰ ਪੰਜਾਬ ਦੇ ਵਿੱਚ ਰੁਜ਼ਗਾਰ ਦਾ ਜਿਹੜਾ ਬਹੁਤ ਵੱਡਾ ਸੰਕਟ ਆ। ਪੰਜਾਬ ਦੇ ਨੌਜਵਾਨ ਜਿਹੜੇ ਆ ਉਹ ਪ੍ਰਵਾਸ ਕਰ ਰਹੇ ਆ ਤੇ ਜਿਹੜੇ ਪ੍ਰਵਾਸੀ ਪੂਰਬੀਏ ਜਿਹੜੇ ਪ੍ਰਵਾਸੀ ਮਜ਼ਦੂਰ ਆ ਉਹ ਪੰਜਾਬ 'ਚ ਆ ਕੇ ਪੱਕੇ ਤੌਰ ਤੇ ਵਸਨੀਕ ਬਣ ਕੇ ਇੱਥੇ ਆਪੋ ਆਪਣੇ ਕਾਰੋਬਾਰ ਸਥਾਪਿਤ ਕਰ ਰਹੇ ਆ। ਇਸ ਤਰ੍ਹਾਂ ਦਾ ਬੇਤਰਤੀਬਾਪਨ ਬਹੁਤ ਵੱਧ ਰਿਹਾ। ਉਸੇ ਤਰੀਕੇ ਨਾਲ ਉਹ ਕੰਡੇ ਦੇ ਵਿੱਚ ਜਿਹੜਾ ਉਹਨਾਂ ਨੇ ਸੁੱਟਿਆ ਹੋਇਆ ਸੀਗਾ ਉਹ 'ਚ ਢੀਂਡਸਾ ਸਾਹਿਬ ਵੀ ਫਸੇ ਨੇ, ਉਹ ਚੰਨੀ ਟਵਾਲ ਵੀ ਫਸੇ ਨੇ, ਬੀਬੀ ਜਗਵੀਰ ਕੌਰ ਜੀ ਜਿਹੜਿਆਂ ਨੇ ਐਸਜੀਪੀਸੀ ਦੇ ਪ੍ਰਧਾਨ ਰਹੇ, ਜਿਹੜੇ ਆਪਣੇ ਆਪ ਨੂੰ ਪੰਥਕ ਹਲਕਿਆਂ ਦੇ ਵਿੱਚ ਆਪਣੇ ਆਪ ਨੂੰ ਸਭ ਤੋਂ ਉੱਚ ਉਹ ਦੱਸਦੇ ਨੇ, ਜਿਨ੍ਹਾਂ ਨੇ ਆ ਪ੍ਰਧਾਨ ਬਣਨ ਦੇ ਉੱਤੇ ਇੰਨੀ ਕਿੰਤੂ ਪਰੰਤੂ ਕੀਤੀ ਹੋਵੇ, ਜਿਹੜੇ ਅਕਾਲੀ ਦਲ ਦੇ ਮੰਤਰੀ ਵੀ ਰਹੇ ਹੋਣ ਔਰ ਅਕਾਲੀ ਦਲ ਨੇ ਜਿੰਨਾ ਮੈਕਸਿਮਮ ਉਹਨਾਂ ਨੂੰ ਮਿਲ ਸਕਦਾ ਹੀ ਦਿੱਤਾ ਹੋਵੇ, ਚਾਹੇ ਉਹ ਕਹਿੰਦੇ ਵੀ ਲਿਫਾਫੇ ਵਿੱਚ ਨਿਕਲਦੇ ਨੇ, ਉਹ ਵੀ ਲਿਫਾਫੇ 'ਚ ਨਿਕਲੇ ਹੋਣਗੇ, ਪਰ ਉਸ ਕੰਡੇ 'ਚ ਵਿੱਚ ਉਹ ਵੀ ਫਸ ਗਏ ਔਰ ਉਹ ਬੀਜੇਪੀ ਦੀ ਬੋਲੀ ਬੋਲਣੀ ਸ਼ੁਰੂ ਕਰਤੀ, ਸੰਘ ਦੀ ਬੋਲੀ ਉਹਨਾਂ ਨੇ ਬੋਲਣੀ ਸ਼ੁਰੂ ਕਰਤੀ। ਜਿਸ ਤਰੀਕੇ ਨਾਲ ਉਹਨਾਂ ਨੇ ਜਲੰਧਰ ਦੇ ਵਿੱਚ ਵੀ ਜਿਹੜੀ ਹਮਾਇਤ ਕੀਤੀ, ਚੁੱਪ ਕਰਕੇ ਘਰੇ ਬਹਿ ਜਾਂਦੇ, ਅਲੱਗ ਗੱਲ ਸੀਗੀ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਪੰਜਾਬ ਬਹੁਤ ਸਾਰੇ ਮੁੱਦੇ ਹੁੰਦੇ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਬਹਿਸਾਂ ਵਿਵਾਦ ਛਿੜਦੇ ਹੈ, ਪਰ ਜੇ ਮਾਮਲਾ ਗੁਰਬਾਣੀ ਦੇ ਪ੍ਰਸਾਰ ਨੂੰ ਲੈ ਕੇ ਹੋਵੇ ਤਾਂ ਬਹੁਤ ਵੱਡਾ ਸਵਾਲ ਇਸ ਕਰਕੇ ਵੀ ਉੱਠਦਾ ਹੈ ਕਿ ਆਖਿਰ ਇਸ ਮੁੱਦੇ 'ਤੇ ਵਿਵਾਦ ਜਾਂ ਬਹਿਸਾਂ ਕਿਉਂ ਹੈ। ਉਹ ਵੀ ਜਿਹੜਾ ਪੰਜਾਬ ਦਾ ਆਪਾਂ ਕਹੀਏ ਵਿਧਾਨ ਦਾ ਸਰਵਉੱਚ ਸਥਾਨ ਹੈ, ਸਰਵਉੱਚ ਸਥਾਨ ਹੀ ਨਹੀਂ ਬਲਕਿ ਜਿੱਥੇ ਜਿਹੜਾ ਪੰਜਾਬ ਦੀ ਹੋਣੀ, ਪੰਜਾਬ ਦੀ ਕਿਸਮਤ ਘੜੀ ਜਾਂਦੀ ਹੈ, ਬਣਾਈ ਜਾਂਦੀ ਹੈ। ਪੰਜਾਬ ਵਿਧਾਨ ਸਭਾ ਦੇ ਅੰਦਰ ਗੁਰਬਾਣੀ ਪ੍ਰਸਾਰਨ ਬਾਰੇ ਜਿਹੜਾ ਬਿੱਲ ਲਿਆਂਦਾ ਗਿਆ, ਪਾਸ ਕੀਤਾ ਗਿਆ, ਬਲਕਿ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸੇ ਮੁੱਦੇ ਨੂੰ ਲੈ ਕੇ, ਜਦੋਂ ਆਪਾਂ ਇਹਨਾਂ ਮੁੱਦਿਆਂ ਤੇ ਹੁਣ ਚਰਚਾ ਸ਼ੁਰੂ ਕਰ ਰਹੇ ਹਾਂ, ਕੁਝ ਮਿੰਟ ਪਹਿਲਾਂ ਗਵਰਨਰ ਪੰਜਾਬ ਨਾਲ ਮੁਲਾਕਾਤ ਕੀਤੀ ਹੈ। ਮੁਲਾਕਾਤ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ ਨੇ ਇੱਕੋ ਗੱਲ ਕਹੀ ਹੈ ਕਿ ਰੋਕੋ ਇਸ ਅਣਹੋਣੀ ਨੂੰ, ਕਿਉਂ ਸਰਕਾਰ ਦਖਲ ਦੇ ਰਹੀ ਹੈ। ਖੈਰ SGPC ਦਾ ਦਾਅਵਾ ਹੈ, ਦੂਜੇ ਪਾਸੇ ਸਰਕਾਰ ਕਹਿੰਦੀ ਹੈ ਗੁਰਬਾਣੀ ਦੇ ਪ੍ਰਸਾਰ ਨੂੰ ਲੈ ਕੇ ਅਸੀਂ ਤਾਂ ਖੁੱਲ੍ਹ ਦੇ ਰਹੇ ਹਾਂ, ਕੋਈ ਪਾਰਟੀ ਦਾ ਜਾਂ ਜਥੇਬੰਦੀ ਦਾ ਮਾਮਲਾ ਨਹੀਂ ਹੈ। ਅਜਿਹੀਆਂ ਪ੍ਰਸਥਿਤੀਆਂ ਜਦੋਂ ਬਣਦੀਆਂ, ਸਰਕਾਰ ਤੇ SGPC ਦੇ ਨਾਲ ਨਾਲ ਪੰਥਕ ਮੁੱਦਿਆਂ ਤੇ ਆਪਸੀ ਤਰ੍ਹਾਂ 'ਚ ਵੀ ਉੱਠ ਰਿਹਾ ਸਵਾਲ। ਮਿਸਾਲ ਵਜੋਂ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹੇ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਬਾਰੇ ਵੀ ਪੰਥਕ ਧਿਰਾਂ ਖਾਸ ਤੌਰ 'ਤੇ ਅਕਾਲੀ ਦਲ ਦੇ ਅੰਦਰ ਹੀ ਸਵਾਲ ਉੱਠਣ ਦਾ ਮਾਮਲਾ, ਚਾਹੇ ਵਿਰਸਾ ਸਿੰਘ ਵਲਟੋਆ ਦੀ ਗੱਲ ਕਰ ਲਈਏ, ਚਾਹੇ ਮਹੇਸ਼ਿੰਦਰ ਸਿੰਘ ਗਰੇਵਾਲ। ਮਹੇਸ਼ਿੰਦਰ ਗਰੇਵਾਲ ਨੇ ਵੀ ਕਿਹਾ ਕਿ ਜੋ ਕਿਹਾ ਗਿਆ ਜਥੇਦਾਰ ਵੱਲੋਂ ਕਿ ਬਾਹਰਲਾ ਦਬਾਅ ਹੈ, ਕਿਹੜੀਆਂ ਤਰ੍ਹਾਂ ਦਾ ਦਬਾਅ ਹੈ, ਇਸ ਮੁੱਦੇ ਤੇ ਉੱਠ ਰਿਹਾ ਸਵਾਲ। ਜਿਹੜਾ ਉਹਨਾਂ ਨੇ ਅਸਤੀਫਾ ਦੇਣ ਦਾ ਮਾਮਲਾ, ਜਿਸ ਮੁੱਦੇ ਤੇ ਚਰਚਾ ਕੀਤੀ ਹੈ, ਖੈਰ ਨਜ਼ਰੀਆ ਆਪਣੋ ਆਪਣਾ ਹੈ, ਪਰ ਇਹ ਜ਼ਰੂਰ ਹੈ ਕਿ ਪੰਜਾਬ ਮੌਜੂਦਾ ਜਿਹੜੀਆਂ ਪ੍ਰਸਥਿਤੀਆਂ 'ਚ ਦੀ ਨਿਕਲ ਰਿਹਾ ਹੈ, ਉਹ ਨਾ ਤਾਂ ਪੰਜਾਬੀਆਂ ਦੇ ਲਈ ਸਿਖਾਵੀਆਂ ਹੈ, ਨਾ ਪੰਜਾਬ ਲਈ ਸਿਖਾਵੀਆਂ, ਅਤੇ ਨਾ ਉਹਨਾਂ ਧਿਰਾਂ ਲਈ ਜਿਨ੍ਹਾਂ ਤਰ੍ਹਾਂ ਦਾ ਵਰਤਾਰਾ ਇਹਨਾਂ ਮੁੱਦਿਆਂ ਨਾਲ ਜੁੜਿਆ ਹੋਇਆ ਹੈ। ਇਹਨਾਂ ਮੁੱਦਿਆਂ 'ਤੇ ਬੇਨਤੀ ਪ੍ਰਵਾਨ ਕਰਕੇ ਪੈਨਲ ਦੇ ਜਿਹੜੇ ਮਹਿਮਾਨ ਆਪਣੇ ਨਾਲ ਜੁੜੇ ਹੈ, ਆਓ ਆਪਾਂ ਪਹਿਲਾਂ ਉਹਨਾਂ ਦਾ ਸਤਿਕਾਰ ਵਜੋਂ ਸਵਾਗਤ ਕਰਦੇ ਹਾਂ। ਸਾਹ ਗੁਰਤੇਜ ਸਿੰਘ ਸਾਬਕਾ IAS ਅਧਿਕਾਰੀ ਨੇ, ਇਸੇ ਤਰ੍ਹਾਂ ਸਾਹਿਜੀਤ ਸਿੰਘ ਭੁੱਲਰ ਸ਼੍ਰੋਮਣੀ ਅਕਾਲੀ ਦਲ ਦੇ ਕੱਦਾਵਰ ਬੁਲਾਰੇ। ਮੈਂ ਦਰਸ਼ਕਾਂ ਲਈ ਜ਼ਰੂਰ ਇਹ ਕਹਿਣਾ ਚਾਹਾਂਗਾ ਕਿ ਆਪਾਂ ਇਹ ਯਤਨ ਕੀਤਾ ਕਿ ਅੱਜ ਦੀ ਬਹਿਸ ਪੰਥਕ ਧਿਰਾਂ ਤੱਕ ਹੀ ਸੀਮਿਤ ਰੱਖੀ ਜਾਏ, ਇਸ ਕਰਕੇ ਕੋਈ ਹੋਰ ਰਾਜਸੀ ਧਿਰ ਦੇ ਬੁਲਾਰੇ ਉਹਨਾਂ ਨੂੰ ਆਉਣ ਦੇ ਲਈ ਬੇਨਤੀ ਨਹੀਂ ਕੀਤੀ ਗਈ। ਬੂਟਾ ਸਿੰਘ ਬਰਾਗੀ ਜੀ ਰਾਜਸੀ ਵਿਸ਼ਲੇਸ਼ਕ, ਸਾਡੇ ਜਾਣੇ ਪਹਿਚਾਣੇ ਚਿਹਰੇ। ਤਲਵਿੰਦਰ ਸਿੰਘ ਬੁੱਟਰ ਮੇਰੀ ਤਰ੍ਹਾਂ ਜਰਨਲਿਸਟ ਨੇ, ਪਰ ਪੰਥਕ ਪਿਛੋਕੜ ਵੀ ਰੱਖਦੇ ਹੈ। ਸਾਰੇ ਮਹਿਮਾਨਾਂ ਨੂੰ ਤੁਹਾਡੇ ਵੱਲੋਂ ਮੈਂ ਤਹਿ ਦਿਲ ਤੋਂ ਜੀ ਆਖਦਾ, ਵੈਲਕਮ ਕਰਦਾ। ਸਾਹ ਗੁਰਤੇਜ ਸਿੰਘ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਨਜ਼ਰੀਆ ਦੀ ਡਿਬੇਟ ਦੀ ਤਰ੍ਹਾਂ ਮੇਰੀ ਨਜ਼ਰ 'ਚ ਇਹ ਸਵਾਲ ਬਣਦਾ ਵੀ ਤੁਹਾਡੇ ਕੋਲੋਂ ਹੈ। SGPC ਜਿੱਦਾਂ ਮੈਂ ਕਿਹਾ, ਉਹਨਾਂ ਨੇ ਜਾ ਕੇ ਗਵਰਨਰ ਨੂੰ ਬੇਨਤੀ ਕੀਤੀ ਹੈ ਕਿ ਗੁਰਬਾਣੀ ਪ੍ਰਸਾਰਨ ਦੇ ਮਾਮਲੇ 'ਤੇ ਜੋ ਬਿੱਲ ਲਿਆਂਦਾ ਗਿਆ, ਪਾਸ ਕੀਤਾ ਗਿਆ, ਉਹਨੂੰ ਐਕਟ ਦਾ ਰੂਪ ਨਾ ਧਾਰਨ ਕਰਨ ਦਿੱਤਾ ਜਾਵੇ, ਰੋਕੋ ਇਸ ਬਿੱਲ ਨੂੰ। ਖੈਰ ਕੀ ਬਣੇਗਾ, ਪਰ ਗਵਰਨਰ ਨੇ ਜ਼ਰੂਰ ਇਹ ਭਰੋਸਾ ਦਿੱਤਾ ਹੈ ਕਿ ਮੈਂ ਇਸ ਮਾਮਲੇ ਨੂੰ ਸੰਵਿਧਾਨਕ ਐਂਗਲ ਤੋਂ, ਕਾਨੂੰਨੀ ਨਜ਼ਰੀਏ ਤੋਂ, ਹਰ ਲਿਹਾਜ਼ ਤੋਂ ਦੇਖਾਂਗਾ। ਪਰ ਜਿੱਦਾਂ ਮੈਂ ਟਿੱਪਣੀ ਕੀਤੀ ਹੈ ਸਾਹ ਗੁਰਤੇਜ ਸਿੰਘ ਜੀ, ਇਸ ਮੁੱਦੇ ਨੂੰ ਲੈ ਕੇ ਪੰਜਾਬ ਕਿਹੋ ਜਿਹੀਆਂ ਪ੍ਰਸਥਿਤੀਆਂ ਦੀ ਗੁਜ਼ਰ ਰਿਹਾ ਹੈ, ਅਸੀਂ ਕਿਹੜੀਆਂ ਬਹਿਸਾਂ ਵੱਲ ਨੂੰ ਤੁਰ ਪਏ ਹਾਂ। ਇਸ ਵੇਲੇ ਪੰਜਾਬ ਕਈ ਪਾਸਿਆਂ ਤੋਂ ਜਕੜਿਆ ਹੋਇਆ ਹੈ, ਕੜੀਆਂ ਬੇੜੀਆਂ ਦੇ ਵਿੱਚ। ਅਸੀਂ ਆਪਣੇ ਆਪ ਕੁਝ ਨਹੀਂ ਕਰ ਪਾ ਰਹੇ। ਜਿੱਧਰ ਨੂੰ ਸਾਨੂੰ ਕੋਈ ਤੋਰਦਾ ਹੈ, ਉਧਰ ਨੂੰ ਅਸੀਂ ਡੰਗਰਾਂ ਵਾਂਗੂ ਤੁਰ ਰਹੇ ਹਾਂ। ਤਾਂ ਇਹ ਜਿਹੜਾ ਮਸਲਾ ਹੁਣ ਇਹਨਾਂ ਨੇ ਉਠਾਇਆ ਨਵਾਂ SGPC ਦਾ, ਤੇ ਇਹਨਾਂ ਦੇ ਵਿੱਚ ਜਿਹੜਾ ਗੁਰਬਾਣੀ ਦੇ ਪ੍ਰਸਾਰਨ ਦਾ, ਇਹ ਸਿੱਖਾਂ ਦਾ ਅੰਦਰੂਨੀ ਮਸਲਾ ਹੈ। ਇਸ ਦੇ ਵਿੱਚ ਕਿਸੇ ਵੀ ਸਰਕਾਰ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਦਖਲ ਦੇਵੇ। ਸਿਰਫ 1959 ਦਾ ਇੱਕ ਮਾਸਟਰ ਤਾਰਾ ਸਿੰਘ ਨਹਿਰੂ ਪੈਕਟ ਹੋਇਆ ਸੀ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਗੁਰਦੁਆਰਿਆਂ ਦੇ ਵਿੱਚ ਕਤਈ ਤੌਰ ਤੇ ਦਖਲ ਨਹੀਂ ਦੇਵਾਂਗੇ। ਇਸ ਤੋਂ ਇਲਾਵਾ ਵੀ ਗੁਰਦੁਆਰੇ ਸਾਡੇ ਹਨ, ਸਾਡੀ ਇੱਕ ਬੋਡੀ ਬਣੀ ਹੋਈ ਹੈ ਜਿਹੜੀ ਉਹਨਾਂ ਨੂੰ ਐਡਮਿਨਿਸਟਰ ਕਰਦੀ ਹੈ, ਉਹਨਾਂ ਦੀ ਦੇਖਭਾਲ ਕਰਦੀ ਹੈ, ਉਹਨਾਂ ਦਾ ਜਿਹੜਾ ਐਡਮਿਨਿਸਟ੍ਰੇਟਿਵ ਸਾਰਾ ਇੰਤਜ਼ਾਮ ਕਰਦੀ ਹੈ। ਤਾਂ ਬਾਹਰ ਦੇ ਲੋਕਾਂ ਨੂੰ ਇਸ ਦਖਲ ਦੇਣ ਦੀ ਕੀ ਲੋੜ ਹੈ? ਜਿਹੜਾ ਇਹਨਾਂ ਨੇ ਇੱਕ ਬੇਧਿਆਨੀ ਦੇ ਵਿੱਚ
ਮੇਰਾ ਤਾਂ ਖਿਆਲ ਹੈ ਕਿ ਪਤਾ ਨਹੀਂ ਕਿਸ ਤਰ੍ਹਾਂ ਕਿਸੇ ਲੋੜ ਦੇ ਵਿੱਚ ਹੀ ਇਹ ਬਿੱਲ ਪਾਸ ਕੀਤਾ ਹੈ। ਇਹ ਬਿਲਕੁਲ ਗਲਤ ਹੈ। ਇਸ ਨੂੰ ਇੱਥੇ ਹੀ ਖਤਮ ਕਰ ਦੇਣਾ ਚਾਹੀਦਾ ਹੈ, ਕਿਉਂਕਿ ਇਸ ਤੋਂ ਬਾਅਦ ਕੀ ਆਏਗਾ ਅਸੀਂ ਕੁਝ ਨਹੀਂ ਜਾਣਦੇ। ਗੁਰਬਾਣੀ ਦੇ ਉੱਤੇ ਨਾ ਸਰਕਾਰ ਦਾ ਅਧਿਕਾਰ ਹੈ, ਨਾ ਸ਼੍ਰੋਮਣੀ ਕਮੇਟੀ ਦਾ ਅਧਿਕਾਰ ਹੈ। ਨਾ ਤਾਂ ਸਰਕਾਰ ਕਹਿ ਸਕਦੀ ਹੈ ਕਿ ਉਹ ਆਪਣੀ ਮਰਜ਼ੀ ਦੇ ਅਨੁਸਾਰ ਇਸ ਦਾ ਪ੍ਰਸਾਰਣ ਕਰੇਗੀ, ਤੇ ਨਾ ਹੀ ਸ਼੍ਰੋਮਣੀ ਕਮੇਟੀ ਇਹ ਕਹਿ ਸਕਦੀ ਹੈ ਕਿ ਅਸੀਂ ਆਪਣੀ ਮਰਜ਼ੀ ਦੇ ਅਨੁਸਾਰ ਜਿਸ ਨੂੰ ਅਧਿਕਾਰ ਦੇਣਾ ਦੇਵਾਂਗੇ। ਇਹ ਸਾਰਾ ਕੁਝ ਸ਼੍ਰੋਮਣੀ ਕਮੇਟੀ ਨੂੰ ਕਾਫੀ ਦੇਰ ਤੋਂ ਇਹ ਮੁੱਦਾ ਉੱਠ ਰਿਹਾ ਸੀਗਾ ਸ਼੍ਰੋਮਣੀ ਕਮੇਟੀ ਦੇ ਸਾਹਮਣੇ। ਇਹਨਾਂ ਨੂੰ 2-2.5 ਸਾਲ ਤੋਂ ਲੋਕ ਬਾਰ-ਬਾਰ ਕਹਿ ਰਹੇ ਸਨ ਕਿ ਇਸ ਤਰ੍ਹਾਂ ਦਾ ਇੱਕ ਅਧਿਕਾਰ ਜੋ ਦਿੱਤਾ ਗਿਆ ਹੈ, ਇਸ ਦੇ ਬਾਰੇ, ਇੱਕ ਗੁਰਬਾਣੀ ਦੇ ਪ੍ਰਸਾਰਣ ਦੇ ਬਾਰੇ, ਇਸ ਨੂੰ ਖਤਮ ਕੀਤਾ ਜਾਏ ਤੇ ਗੁਰਬਾਣੀ ਹਰ ਘਰ ਦੇ ਵਿੱਚ ਆਮ ਤੌਰ ਦੇ ਉੱਤੇ ਜਿਵੇਂ ਬਾਕੀ ਦੇ ਹੋਰ ਪ੍ਰਸਾਰਣ ਪਹੁੰਚਦੇ ਨੇ ਇਸ ਤਰ੍ਹਾਂ ਪਹੁੰਚ ਸਕੇ ਤੇ ਕਿਸੇ ਤੋਂ ਵੀ ਇਸ ਦਾ ਪੈਸਾ ਨਾ ਲਿਆ ਜਾਵੇ। ਇਹ ਸਾਰੀਆਂ ਗੱਲਾਂ ਇਹਨਾਂ ਦੇ ਸਾਹਮਣੇ ਸਨ ਔਰ ਜਥੇਦਾਰ ਹਰਪ੍ਰੀਤ ਸਿੰਘ ਨੇ ਵੀ 2-4 ਵਾਰੀ ਸ਼੍ਰੋਮਣੀ ਕਮੇਟੀ ਨੂੰ ਕਿਹਾ ਕਿ ਤੁਸੀਂ ਇੱਕ ਹੋਰ ਇਸ ਤਰ੍ਹਾਂ ਦਾ ਰੇਡੀਓ ਸਟੇਸ਼ਨ ਜਾਂ ਜੋ ਵੀ ਕੋਈ ਟੈਲੀਕਾਸਟ ਕਰਨ ਦਾ ਸਟੇਸ਼ਨ ਬਣਾ ਲਓ ਤੇ ਸਾਰਿਆਂ ਨੂੰ ਬਾਣੀ ਦੀ ਲਿੰਕ ਭੇਜ ਦਿਓ। ਇਹ ਸਾਰਾ ਕੁਝ ਠੀਕ ਸੀ, ਲੇਕਿਨ ਪਤਾ ਨਹੀਂ ਕਿਉਂ ਇਹ ਫੈਸਲਾ ਨਹੀਂ ਲੈ ਸਕੀ ਸ਼੍ਰੋਮਣੀ ਕਮੇਟੀ। ਮੇਰਾ ਖਿਆਲ ਹੈ ਕਿ ਸ਼੍ਰੋਮਣੀ ਕਮੇਟੀ ਜੇ ਇਸ ਹੱਦ ਤੱਕ ਗੁਲਾਮ ਨਾ ਹੁੰਦੀ ਕਿ ਉਹ ਕਿਸੇ ਇੱਕ ਆਦਮੀ ਦੇ ਹੁਕਮ ਤੋਂ ਬਾਹਰ ਨਹੀਂ ਜਾ ਸਕਦੀ ਤਾਂ ਸ਼ਾਇਦ ਉਹ ਇਹ ਫੈਸਲਾ ਕਰ ਸਕਦੀ। ਹੁਣ ਵੀ ਇਹਨਾਂ ਨੂੰ ਫੈਸਲਾ ਕਰ ਲੈਣਾ ਚਾਹੀਦਾ ਹੈ ਔਰ ਬਿੱਲ ਨੂੰ ਨਜ਼ਰਅੰਦਾਜ਼ ਕਰ ਦੇਣਾ ਚਾਹੀਦਾ ਹੈ। ਇਹ ਬਿੱਲ ਰੱਦ ਹੋਣ ਦੇ ਕਾਬਿਲ ਹੈ। ਇਸ ਨੂੰ ਕਦੇ ਵੀ ਸਿੱਖ ਬਰਦਾਸ਼ਤ ਨਹੀਂ ਕਰ ਸਕਦੇ, ਕਿਉਂਕਿ ਇਸ ਤੋਂ ਬਾਅਦ ਕੀ ਹੋਏਗਾ? ਕੱਲ ਨੂੰ ਤੁਸੀਂ ਕਹੋਗੇ ਜੀ ਅਸੀਂ 15 ਆਦਮੀ ਨੋਮੀਨੇਟ ਕਰਦੇ ਹਾਂ, ਪਰਸੋਂ ਨੂੰ ਤੁਸੀਂ ਕਹੋਗੇ ਜਿਵੇਂ ਇੱਕ RSS ਵਾਲੇ ਡਿਕਟੇਟ ਕਰ ਰਹੇ ਸੀ ਹੁਣ ਤਾਂ ਹੀ ਤੇ ਸ਼ਾਇਦ ਹੁਣ ਵੀ ਕਰ ਰਹੇ ਨੇ। ਕੇਸਰੀ ਨਿਸ਼ਾਨ ਸਾਹਿਬ ਦਾ ਰੰਗ ਆ ਭਗਵਾ ਹੋਣਾ ਚਾਹੀਦਾ ਹੈ, ਸਰੋਪਿਆਂ ਦਾ ਰੰਗ ਆ ਹੋਣਾ ਚਾਹੀਦਾ ਹੈ, ਲੰਗਰ ਦੇ ਵਿੱਚ ਲਸਣ ਨਹੀਂ ਵਰਤਣੀ, ਗੰਢੇ ਨਹੀਂ ਵਰਤਣੇ, ਆ ਨਹੀਂ ਕਰਨਾ, ਉਹ ਨਹੀਂ ਕਰਨਾ। ਅਸੀਂ ਇਹ ਸੋਵਰਨ ਪੰਥ ਹੈ, ਇਸ ਦਾ ਗੁਰੂ ਨਾਨਕ ਨੇ ਸਾਰੇ ਸੰਸਾਰ ਦੇ ਭਲੇ ਦੇ ਵਾਸਤੇ ਇਸ ਦੀ ਨੀਂਹ ਰੱਖੀ ਹੈ। ਇਹ ਕਿਸੇ ਵੀ ਕੌਮ ਦਾ, ਕਿਸੇ ਵੀ ਸਮੂਹ ਦਾ ਮੁਹਤਾਜ ਨਹੀਂ ਔਰ ਜੋ ਕੁਛ ਇਹ ਕਰ ਰਿਹਾ ਹੈ ਗੁਰਬਾਣੀ ਦਾ ਪ੍ਰਚਾਰ ਕਰਕੇ ਇਹ ਕਿਸੇ ਦਾ ਨੁਕਸਾਨ ਨਹੀਂ ਕਰ ਰਿਹਾ। ਸੋ ਇਸ ਨੂੰ ਆਪਣੇ ਗੁਰਬਾਣੀ ਨੂੰ ਆਪਣੇ ਤੌਰ ਦੇ ਉੱਤੇ ਪ੍ਰਸਾਰਣ ਦਾ ਹੱਕ ਮਿਲਣਾ ਚਾਹੀਦਾ ਹੈ ਤੇ ਇਹ ਜਿਹੜਾ ਦਖਲਅੰਦਾਜ਼ੀ ਹੈ ਜਿਹੜੀ ਇਹ ਬਿਲਕੁਲ ਬੰਦ ਹੋਣੀ ਚਾਹੀਦੀ ਹੈ ਜੀ। ਇਸ ਨੂੰ ਛੋਟਾ ਜਿਹਾ ਸਵਾਲ ਗੁਰਤੇਜ ਸਿੰਘ ਜੀ, ਛੋਟਾ ਜਿਹਾ ਸਵਾਲ, ਇੱਕ ਸਵਾਲ ਬਾਕੀ ਮਹਿਮਾਨਾਂ ਤੋਂ ਵੀ ਆਪਾਂ ਸਵਾਲ ਲੈਣੇ ਆ। ਦੇਖੋ ਤੁਸੀਂ ਗੱਲ ਕੀਤੀ ਹੈ ਸਰਕਾਰ ਦੇ ਦਖਲ ਦੀ ਬਿਲਕੁਲ ਨਹੀਂ ਹੋਣਾ ਚਾਹੀਦਾ, ਤੁਸੀਂ ਨਾਲ ਸ਼ਬਦ ਵਰਤਿਆ ਹੈ ਕਿ ਇਸ ਤਰ੍ਹਾਂ ਦਾ ਗੁਲਾਮ ਵਾਲਾ ਜਿਹੜਾ ਹੈਗਾ ਉਹ ਵਤੀਰਾ ਵੀ ਨਹੀਂ ਹੋਣਾ ਚਾਹੀਦਾ ਕਿ ਵੀ ਫਲਾਂ ਗਰੁੱਪ ਨੂੰ ਜਾਂ ਫਲਾਂ ਧਿਰ ਨੂੰ ਜਾਂ ਫਲਾਂ ਚੈਨਲ ਨੂੰ ਇੱਕ ਜਿਹੜਾ ਹੈਗਾ ਇਹਦਾ ਅਧਿਕਾਰ ਦਿੱਤਾ ਜਾਏਗਾ। ਜਦੋਂ ਇਸ ਤਰ੍ਹਾਂ ਦੀ ਸਥਿਤੀ ਆਉਂਦੀ ਹੈ, ਇੱਕ ਸਵਾਲ ਮੈਂ ਤੁਹਾਡੇ ਤੋਂ ਇਹ ਲੈਣਾ ਚਾਹੁੰਦਾ ਹਾਂ, ਜਿੱਦਾਂ ਸਰਕਾਰ ਦੀ ਆਪਾਂ ਗੱਲ ਕੀਤੀ ਹੈ, ਕੀ ਲੱਗਦਾ ਕਿ SGPC ਵੀ ਅਗਰ ਇਸ ਮਾਮਲੇ 'ਚ ਜਿੱਦਾਂ ਸਿੱਖ ਸੰਗਤ ਜਾਂ ਤੁਸੀਂ ਗੱਲ ਕਹਿ ਰਹੇ ਹੋ ਰਾਹ ਅਪਣਾਉਂਦੀ ਹੈ ਤਾਂ ਕੱਲ੍ਹ ਨੂੰ ਸਰਕਾਰ ਦੀ ਹਿੰਮਤ ਨਹੀਂ ਪੈ ਸਕਦੀ ਇਹਨਾਂ ਮਾਮਲਿਆਂ 'ਚ ਦਖਲ ਦੇਣ ਦੀ? ਜਿਸ ਦਖਲ ਨੂੰ ਅਸੀਂ ਰੋਕਣ ਦੀ ਮੰਗ ਕਰਦੇ ਹਾਂ, ਜੇ ਕਿਤੇ ਪੰਥ ਇਸ ਮਾਮਲੇ 'ਤੇ ਇਕਮੁੱਠ ਹੋ ਜਾਂਦਾ, ਇਕੱਠਾ ਹੋ ਜਾਂਦਾ, ਮੇਰਾ ਖਿਆਲ ਕਦੇ ਪਹਿਲਾਂ ਵੀ ਨਹੀਂ ਹੋਇਆ ਤੇ ਹੁਣ ਵੀ ਭਵਿੱਖ 'ਚ ਦਖਲ ਦੇ ਹੀ ਨਹੀਂ ਸਕਦੇ। ਸਵਾਲ ਇਹ ਕਿ ਅਸੀਂ ਆਪਸ ਵਿੱਚ ਦੀ ਪਾਟੋ ਧਾੜ ਹੈ। ਦੇਖੋ ਆਪਾਂ ਪਾਟੋ ਧਾੜ ਤਾਂ ਹਨ ਆਪਾਂ, ਹਾਂ ਇਹ ਜਿਹੜੇ ਦੂਸਰੇ ਹਨ ਕਿ ਇਹ ਕਿਹੜਾ ਸਾਰੇ ਇਕੱਠੇ ਨੇ ਜੀ। ਹੁਣ ਤੁਸੀਂ ਇਹਨਾਂ ਦੇ ਵਿੱਚ ਦੇਖ ਲਓ ਕਿਸ ਤਰ੍ਹਾਂ ਕਲੇਸ਼ ਚੱਲ ਰਿਹਾ ਸਾਰੇ ਹਿੰਦੁਸਤਾਨ ਦੇ ਵਿੱਚ, ਲੇਕਿਨ ਇਹ ਗੱਲ ਨਹੀਂ ਹੈ। ਇਹ ਜਿਹੜਾ ਮਸਲਾ ਹੈਗਾ ਗੁਰਬਾਣੀ ਦਾ, ਇਸ ਦੇ ਉੱਤੇ ਸਾਡੀ ਇੱਕ ਮੱਤ ਹੈ, ਚਾਹੇ ਕੋਈ ਕਿਤੇ ਵੀ ਬੈਠਾ ਹੈ। ਇਸ ਦੇ ਬਾਰੇ ਇੱਕ ਇਲਜ਼ਾਮ ਨਹੀਂ ਲਾਇਆ ਜਾ ਸਕਦਾ। ਨਾਲੇ ਜਿਹੜੇ ਸਾਡੇ ਜ਼ਰੂਰੀ ਮਸਲੇ ਹਨਗੇ ਉਹਨਾਂ ਦੇ ਉੱਤੇ ਸਾਡੇ ਵਿੱਚ ਕੋਈ ਮਤਭੇਦ ਨਹੀਂ। ਮਤਭੇਦ ਹੈ ਸਿਰਫ ਜਿਸ ਤਰੀਕੇ ਦੇ ਨਾਲ ਇੱਕ ਇਹਨਾਂ ਨੂੰ ਪਰਸੂ ਕੀਤਾ ਜਾਂਦਾ ਹੈ ਜਾਂ ਜਿਸ ਤਰੀਕੇ ਦੇ ਨਾਲ ਇੱਕ ਪਰਿਵਾਰ ਦੇ ਵਿੱਚ ਸਾਰੇ ਦਲ ਨੂੰ ਸਮੇਟ ਲਿਆ ਜਾਂਦਾ ਹੈ ਜਾਂ ਜਿਸ ਤਰ੍ਹਾਂ ਨਾਲ ਲੋਕਾਂ ਅਕਾਲੀ ਦਲ ਦੀ ਭਰਤੀ ਨਹੀਂ ਕੀਤੀ ਜਾਂਦੀ, ਚੋਣਾਂ ਨਹੀਂ ਕਰਵਾਈਆਂ ਜਾਂਦੀਆਂ ਔਰ ਸ਼੍ਰੋਮਣੀ ਕਮੇਟੀ ਦੀਆਂ ਕਈ ਸਾਲ ਚੋਣਾਂ ਨਹੀਂ ਹੋਣ ਦਿੱਤੀਆਂ ਜਾਂਦੀਆਂ। ਇਹ ਜਿਹੜਾ ਇੱਕ ਘਰ ਦੇ ਵਿੱਚ, ਇੱਕ ਪਰਿਵਾਰ ਦੇ ਵਿੱਚ, ਇੱਕ ਆਦਮੀ ਦੇ ਵਿੱਚ ਜਿਹੜੀ ਸਾਰੀ ਸ਼ਕਤੀ ਇਕੱਠੀ ਕੀਤੀ ਜਾ ਰਹੀ ਹੈ, ਇਸ ਦੇ ਬਾਰੇ ਮਤਭੇਦ ਹਨ। ਥੈਂਕ ਯੂ ਵੈਰੀ ਮਚ। ਬਿਲਕੁਲ ਤੁਹਾਡਾ ਵਿਊ ਬਣਾ ਗਿਆ, ਤੁਸੀਂ ਆਪਣਾ ਨਜ਼ਰੀਆ ਜਿਸ ਮੁੱਦੇ ਤੇ ਗੱਲ ਕੀਤੀ ਆਪਾਂ ਬਾਕੀ ਮਹਿਮਾਨਾਂ ਤੋਂ ਵੀ ਰਹਿ ਲੈਂਦੇ ਹਾਂ। ਬਰਾਗੀ ਸਾਹਿਬ ਮੇਰੀ ਆਵਾਜ਼ ਸੁਣ ਪਾ ਰਹੇ ਹੋ?
ਹਾਂਜੀ ਹਾਂ ਸੀ ਸਾਹਿਬ ਸੁਣ ਪਾ ਰਹੇ ਹਾਂ ਜੀ। ਜੀ ਬਰਾਗੀ ਸਾਹਿਬ, ਗੁਰਬਾਣੀ ਪ੍ਰਸਾਰਣ ਦੇ ਮਾਮਲੇ ਤੇ ਜਦੋਂ ਆਪਾਂ ਗੱਲ ਕਰ ਰਹੇ ਹਾਂ ਤੇ ਐਸਜੀਪੀਸੀ ਹੁਣੇ ਹੀ ਜਿਹੜਾ ਹੈਗਾ ਗਵਰਨਰ ਨੂੰ ਮੈਮੋਰੈਂਡਮ ਦੇ ਕੇ ਆਏ ਹੈ, ਮਿਲ ਕੇ ਆਏ ਹੈ ਕਿ ਜੋ ਬਿੱਲ ਸਰਕਾਰ ਵੱਲੋਂ ਪਾਸ ਕੀਤਾ ਗਿਆ ਰੋਕੋ ਇਸ ਬਿੱਲ ਨੂੰ। ਬਾਕੀ ਤਰ੍ਹਾਂ ਦੀ ਵੀ ਰਿਹਾ ਕਿ ਸਿੱਧੇ ਤੌਰ ਤੇ ਸਰਕਾਰੀ ਦਖਲ ਤਾਂ ਹਾਈ ਹੈ। ਕਿਤੇ ਨਾਲ ਸਵਾਲ ਇਹ ਵੀ ਉੱਠ ਰਿਹਾ ਕਿ ਐਸਜੀਪੀਸੀ ਵੱਲੋਂ ਵੀ ਇੱਦਾਂ ਦੀ ਭੂਮਿਕਾ ਨਿਭਾਉਣ ਦੀ ਮੰਗ ਕੀਤੀ ਜਾ ਰਹੀ ਹੈ ਕਿ ਇੱਕ ਪਰਿਵਾਰ ਦਾ ਜਾਂ ਇੱਕ ਧਿਰ ਦਾ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਕਿ ਸੁਨੇਹਾ ਜਾਏ ਕਿ ਇੱਕ ਧਿਰ ਦਾ ਹੀ ਕਬਜ਼ਾ ਹੈ ਉਸ ਪ੍ਰਸਾਰਣ ਦੇ ਮਾਮਲੇ ਤੇ। ਬਿਲਕੁਲ ਸਾਹਿਬ, ਇਹ ਜਿਹੜਾ ਹੁਣ ਜਿਹੜਾ ਇਸ਼ੂ ਅੱਜ ਆਪਾਂ ਡਿਸਕਸ ਕਰ ਰਹੇ ਹਾਂ ਕੋਈ ਐਸਾ ਬਰਨਿੰਗ ਇਸ਼ੂ ਪੰਜਾਬ ਦੀ ਫਿਜ਼ਾ ਦੇ ਵਿੱਚ ਨਹੀਂ ਸੀਗਾ ਤੇ ਇਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹੜਾ ਮੈਂ ਮਹਿਸੂਸ ਕਰ ਰਿਹਾ ਵਾਂ। ਇਹਦੇ ਵਿੱਚ ਕੋਈ ਦੋ ਰਹਿ ਨਹੀਂ। ਪਹਿਲਾਂ ਇੱਕ ਹਿਸਾਬ ਨਾਲ ਇੱਕ ਟੀਵੀ ਚੈਨਲ ਤੁਸੀਂ ਸਾਰੇ ਹੀ ਆਪਾਂ ਜਾਣਦੇ ਹਾਂ ਕਾਬਜ਼ ਰਿਹਾ ਵਾ, ਤੇ ਮੈਂ ਮਹਿਸੂਸ ਇਹ ਕਰ ਰਿਹਾ ਜੀ ਵੀ ਦੇਖੋ ਬ੍ਰੌਡਕਾਸਟਿੰਗ ਉਹਦੇ ਪ੍ਰਸਾਰਣ ਦੀ ਗੱਲ ਹੈਗੀ ਆ ਅਕੇਲੀ, ਉਹਦੇ ਵਿੱਚ ਕੋਈ ਐਸਜੀਪੀਸੀ ਨੂੰ ਕੋਈ ਵੋਟਰ ਵੀ ਕਿਹੜੇ ਹੋਣਗੇ, ਦਾੜੀ ਕੱਟੀ ਵਾਲੇ ਹੋਣਗੇ, ਬੁਲਦਾੜੀ ਵਾਲੇ ਹੋਣਗੇ, ਜਿਨ੍ਹਾਂ ਨੇ ਪੂਰਾ ਅੰਮ੍ਰਿਤ ਛਕਿਆ ਹੋਣਗੇ, ਉਹੋ ਜਿਹੀਆਂ ਚੀਜ਼ਾਂ ਦੇ ਵਿੱਚ ਤਾਂ ਗਵਰਨਮੈਂਟ ਇੰਟਰਫੇਰੈਂਸ ਨਹੀਂ ਕਰ ਰਹੀ। ਇੱਕ ਐਕਟ ਬਣ ਰਿਹਾ ਵਾ, ਐਕਟ ਦੇ ਤਹਿਤ ਵੀ ਖੁੱਲਾ ਫ੍ਰੀ ਫਲੋ ਚਾਹੀਦਾ ਵਾ ਗੁਰਬਾਣੀ ਦਾ ਪ੍ਰਸਾਰਣ। ਹਾਂ, ਗਵਰਨਮੈਂਟ ਵਾਲੀ ਸਾਈਡ ਤੋਂ ਥੋੜਾ ਜਿਹਾ ਜਿਹੜੀ ਤੇਜ਼ੀ ਕਰ ਲਈ, ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਹਾਂ ਜੁਲਾਈ ਦੇ ਵਿੱਚ ਪੀਟੀਸੀ ਦਾ, ਮੈਂ ਸਿੱਧੀ ਲੈਂਗੁਏਜ ਦੇ ਵਿੱਚ ਕਹਾਂ ਤਾਂ ਕੰਟਰੈਕਟ ਖਤਮ ਹੋ ਰਿਹਾ ਸੀਗਾ। ਗਵਰਨਮੈਂਟ ਨੂੰ ਸਪੈਸ਼ਲ ਸੈਸ਼ਨ ਸੱਦ ਕੇ ਇਸ ਤਰ੍ਹਾਂ ਦਾ ਕਰਨਾ ਇੱਕ ਨਵੇਕਲਾ ਤੇ ਬੜਾ ਹੀ ਹੋਰ ਹੀ ਇੱਕ ਸੋਚਣ ਨੂੰ ਮਜਬੂਰ ਜੇ ਕਰਦਾ ਵਾ। ਗਵਰਨਮੈਂਟ ਭਗਵੰਤ ਸਿੰਘ ਮਾਨ ਨੇ ਐਵੇਂ ਕੀ ਕੀਤਾ? ਹੋ ਸਕਦਾ ਜਿਵੇਂ ਐਸਜੀਪੀਸੀ ਕਹਿੰਦੀ ਸੀਗੀ ਉਹ ਫ੍ਰੀ ਫਲੋ ਦੇ ਹੀ ਦਿੰਦੀ, ਫ੍ਰੀ ਜਿਹੜਾ ਸੀਗਾ ਉਹਦਾ ਪ੍ਰਸਾਰਣ ਦਾ ਕਰ ਦਿੰਦੀ ਤੇ ਇਹ ਨੌਬਤ ਨਾ ਆਉਂਦੀ। ਅੱਜ ਜਿੱਥੋਂ ਤੱਕ ਗਵਰਨਮੈਂਟ ਏਬਲ ਹੈਗੀ ਆ ਐਕਟ ਬਣਾਉਣ ਦੇ ਵਿੱਚ, ਤੇ ਉਹਨਾਂ ਨੇ ਗਵਰਨਰ ਨੂੰ ਕੀਤਾ, ਗਵਰਨਰ ਅੱਗੇ ਪਾਸ ਕਰਦਾ ਨਹੀਂ ਪਾਸ ਕਰਦਾ ਇੱਕ ਲੀਗਲ ਡਿਬੇਟੇਬਲ ਇਸ਼ੂ ਹੈਗਾ ਵਾ। ਹਾਂ, ਜਿੱਥੋਂ ਤੱਕ ਧਾਰਮਿਕ ਮਸਲਿਆਂ ਦੀ ਗੱਲ ਹੈਗੀ ਸੀ ਸਭ ਕੋਈ ਆਪਾਂ ਦੇਖੋ ਕਿਸੇ ਵੀ ਚੀਜ਼ ਨੂੰ ਐਵੇਂ ਤੋਲ ਦੇਈ ਜਾਈਏ, ਮੈਂ ਕੋਈ ਸਰਕਾਰੀ ਬੁਲਾਰਾ ਨਹੀਂ ਜਾਂ ਉਹੋ ਜਿਹੀ ਗੱਲਬਾਤ ਹੈ ਨਹੀਂ। ਅੱਜ ਅਸੀਂ ਪਿੰਡਾਂ ਦੇ ਵਿੱਚ ਵੀ ਦੇਖਦੇ ਹਾਂ ਵੀ ਇਹਦੇ ਨਾਲ ਆਮ ਜਿਵੇਂ ਬਲੈਕ ਡੇ ਮੈਂ ਸੁਣ ਰਿਹਾ ਸੀ 103 ਪਤਾ ਨਹੀਂ ਸਾਲਾਂ ਦੇ ਵਿੱਚ ਇਹੋ ਜਿਹੀ ਗੱਲ ਨਹੀਂ ਹੋਈ। ਇਹ ਇੱਕ ਪ੍ਰੇਮਾ ਬਸਾਈ ਇਹ ਦੱਸ ਰਿਹਾ ਵੀ ਕਿਤੇ ਨਾ ਕਿਤੇ ਇੱਕ ਰਾਜਨੀਤਿਕ ਜਿਹੜੀ ਪਾਰਟੀ ਸੀਗੀ ਉਹਨੂੰ ਕਿਤੇ ਨਾ ਉਹਨੂੰ ਜੇ ਸ਼ਾਖ ਨੂੰ ਉਹਦੇ ਨੂੰ ਡੈਂਟ ਪੈ ਰਿਹਾ ਤਾਂ ਐਸਜੀਪੀਸੀ ਉਹਦੀ ਪ੍ਰੋਟੈਕਸ਼ਨ ਲਈ ਆ ਰਹੀ ਆ। ਹਾਲਾਂਕਿ ਜੇ ਮੈਂ ਥੋੜਾ ਜਿਹਾ ਡੈਪਥ ਦੇ ਵਿੱਚ ਜਾ ਕੇ ਗੱਲ ਕਰਾਂ, ਇਹ ਇਸ਼ੂ ਜੇ ਐਸਜੀਪੀਸੀ ਵਾਕਈ ਸਿੰਸੀਅਰ ਹੁੰਦੀ ਤਾਂ ਅੱਜ ਤੋਂ ਪਹਿਲਾਂ ਰਿਕੁਐਸਟ ਕਰਕੇ ਵੀ ਸੋਲਵ ਕੀਤਾ ਜਾ ਸਕਦਾ ਸੀਗਾ। ਜਦੋਂ ਤੋਂ ਮੰਗ ਉੱਠ ਰਹੀ ਹੈ ਇੰਟੈਲੈਕਚੁਅਲ ਵੱਲੋਂ ਉੱਠ ਰਹੀ ਹੈ, ਸਰਦਾਰ ਗੁਰਤੇਜ ਸਿੰਘ ਜੀ ਮੋਲੇ ਨੇ ਹੁਣੇ ਪਹਿਲਾਂ ਵੀ ਸਾਰੇ ਹੀ ਆਪਾਂ ਕਹਿੰਦੇ ਸੀਗੇ ਵੀ ਏਕਾਧਿਕਾਰ ਆ ਪੀਟੀਸੀ ਦਾ ਇਹ ਉਦੋਂ ਮਸਲਾ ਹੱਲ ਕਰ ਲੈਂਦੇ। ਜੇ ਅੱਜ ਐਕਟ ਬਣ ਰਿਹਾ ਵਾ ਉਹ ਤੇ ਜਿਹੜਾ ਵੀ ਅੱਗੇ ਪ੍ਰੋਸੀਜਰ ਹੋਊ, ਮੈਨੂੰ ਲੱਗਦਾ ਐਸਜੀਪੀਸੀ ਵੀ ਛੇਤੀ ਕਰ ਰਹੀ ਆ ਤੇ ਸਰਕਾਰ ਨੇ ਤਾਂ ਛੇਤੀ ਕਰਨ ਵਾਲੀ ਹੱਦ ਹੀ ਕਰਤੀ ਵੀ ਇਹਨਾਂ ਇਸ਼ੂਆਂ ਨੂੰ ਲੈ ਕੇ ਜਿਹੜੇ ਇੱਕ ਕੋਈ ਰੈਲੀਵੈਂਸੀ ਹੈ ਨਹੀਂ, ਵੀਸੀ ਵਾਸਤੇ ਸੀਐਮ ਚਾਹੀਦਾ ਵਾ ਜਾਂ ਡੀਜੀਪੀ ਇਸ਼ੂ ਤੇ ਉਹਦੇ ਵਿੱਚ ਐਸਜੀਪੀਸੀ ਸਪੈਸ਼ਲ ਸੈਸ਼ਨ ਸੱਦਣ ਵਾਲੀ ਗੱਲ ਹੈ ਨਹੀਂ ਸੀ। ਆ ਜਿਹੜੀ ਇਹ ਜਲਦਬਾਜ਼ੀ ਆ ਇਹ ਕਿਤੇ ਨਾ ਕਿਤੇ ਰਾਜਨੀਤਿਕ ਸਕੋਰ ਜਿਹੜਾ ਸੈਟਲ ਕਰਨ ਵਾਲੀ ਗੱਲ ਹੈਗੀ ਆ, ਤੇ ਮੈਨੂੰ ਇਹਦੇ ਵਿੱਚ ਵੱਡੀਆਂ ਤਾਕਤਾਂ ਦੀ ਵੀ ਸ਼ਮੂਲੀਅਤ ਲੱਗਦੀ ਆ। ਇਹ ਦੇਖੋ ਰੀਜਨਲ ਪਾਰਟੀਆਂ ਜਾਂ ਆਪ ਤਾਂ ਇੱਕ ਪਾਸੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹ ਤਾਕਤਾਂ ਵੀ ਚਾਹੁੰਦੀਆਂ ਵਾ ਵੀ ਉਹ ਐਸਜੀਪੀਸੀ ਜਾਂ ਐਸਏਡੀ ਮੁਕੰਮਲ ਤੌਰ ਤੇ ਸਾਈਡ ਲਾਈਨ ਹੋ ਜਾਵੇ। ਹਾਲਾਂਕਿ ਧਾਰਮਿਕ ਮਸਲਿਆਂ ਦੇ ਵਿੱਚ ਜਾਂ ਇਹਨਾਂ ਇਸ਼ੂਆਂ ਦੇ ਵਿੱਚ ਇੰਨਾ ਤੁਲ ਨਹੀਂ ਦੇਣਾ ਚਾਹੀਦਾ। ਬਿਲਕੁਲ ਮਿਹਰਬਾਨੀ, ਤੁਹਾਡਾ ਵਿਊ ਪੁਆਇੰਟ ਆ ਗਿਆ। ਪੁਲਿਸ ਇਸੇ ਮਾਮਲੇ ਨੂੰ ਲੈ ਕੇ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੈ, ਦੇਖੋ ਐਸਜੀਪੀਸੀ ਹੁਣੇ ਹੀ ਜਿਹੜਾ ਹੈਗਾ ਆਪਣਾ ਯਾਦ ਪੱਤਰ ਵੀ ਦੇ ਕੇ ਗਵਰਨਰ ਨੂੰ ਕਿਹਾ ਕਿ ਰੋਕੋ ਇਸ ਬਿੱਲ ਨੂੰ ਜੋ ਪਾਸ ਹੋਇਆ ਐਕਟ ਨਾ ਬਣੇ। ਦੂਜੇ ਪਾਸੇ ਐਸਜੀਪੀਸੀ ਦੀ ਜ਼ਿੰਮੇਵਾਰੀ ਵੀ ਹੈ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਸਵਾਲ ਉੱਠ ਰਹੇ ਹੈ। ਸਿੱਧੂ ਸਾਹਿਬ ਗੱਲ ਇਸ ਤਰ੍ਹਾਂ ਹੈਗੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣੇ ਨੂੰ ਲਗਭਗ 1.5 ਸਾਲ ਹੋ ਚੱਲਿਆ, ਔਰ 1.5 ਸਾਲ ਦੇ ਵਿੱਚ ਜਿਹੜੇ ਵਾਅਦੇ ਕਰਕੇ ਇਹ ਲੋਕ ਆਏ ਸੀਗੇ ਉਹ ਵਾਅਦੇ ਇਹ ਪੂਰੇ ਨਹੀਂ ਕਰ ਸਕੇ। ਅੱਜ ਪੰਜਾਬ ਦੇ ਹਾਲਾਤ ਇਹ ਨੇ ਕਿ ਹਰ ਰੋਜ਼ ਡਕੈਤੀਆਂ ਹੋ ਰਹੀਆਂ, ਕਤਲ ਹੋ ਰਹੇ ਨੇ, ਧਮਕੀਆਂ ਦਿੱਤੀਆਂ ਜਾਂਦੀਆਂ, ਫਰੋਤੀਆਂ ਲਗੀਆਂ ਜਾਂਦੀਆਂ, ਇਹਨਾਂ ਦੇ ਐਮਐਲਏ ਕੋਠੀਆਂ ਦੇ ਕਬਜ਼ੇ ਕਰ ਰਹੇ ਨੇ, ਕਟਾਰੂ ਚੱਕ ਵਰਗੇ ਜਿਹੜੇ ਹੈਗੇ ਆ ਉਹ ਜਿਹੋ ਜਿਹੇ ਕਾਰਨਾਮੇ ਕਰ ਰਹੇ ਨੇ, ਔਰ ਇੱਕ ਤੋਂ ਬਾਅਦ ਇੱਕ ਕਈ ਐਮਐਲਏ ਜਿਹੜੇ ਹੈਗੇ ਆ ਕਰਪਸ਼ਨ ਦੇ ਚਾਰਜਸ ਦੇ ਵਿੱਚ ਜਿਹੜੇ ਹੈਗੇ ਉਹ ਹਟਾਏ ਗਏ ਆ, ਮੰਤਰੀ ਵੀ ਹਟਾਏ ਗਏ ਆ। ਇਹ ਹਾਲਾਤ ਪੈਦਾ ਹੋਏ ਨੇ। ਅੱਜ ਚਰਚਾ ਦਾ ਵਿਸ਼ਾ ਤੇ ਉਹ ਹੋਣਾ ਚਾਹੀਦਾ ਹੈ ਕਿ ਪੰਜਾਬ ਦੇ ਹਾਲਾਤ ਕਿੱਧਰ ਜਾ ਰਹੇ ਆ, ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕੀ ਹੈ। ਵੀ ਪਿਛਲੇ 1.5 ਸਾਲ ਦੇ ਵਿੱਚ ਅਸੀਂ ਪੰਜਾਬ ਨੂੰ ਇੱਕ ਸਥਾਈ ਤੌਰ 'ਤੇ ਡੀਜੀਪੀ ਨਹੀਂ ਦੇ ਸਕੇ, ਔਰ
ਹਰ ਮੁੱਦੇ ਦੇ ਉੱਤੇ ਜਿਹੜੀ ਹੈਗੀ ਆ ਅਸੀਂ ਚਰਚਾ ਨਹੀਂ ਕਰ ਰਹੇ ਅੱਜ, ਚਾਹੇ ਉਹ ਡਰੱਗਸ ਦੇ ਮਾਮਲੇ ਹੋਣ ਜਿੱਥੇ ਓਵਰਡੋਜ਼ ਨਾਲ ਅੱਜ ਲੋਕ ਮਰ ਰਹੇ ਨੇ, ਔਰ ਕੋਈ ਵੀ ਵੱਡੀ ਕਾਰਵਾਈ ਜਿਹੜੀ ਹੈਗੀ ਡਰੱਗਸ ਦੇ ਮਾਮਲਿਆਂ 'ਚ ਨਹੀਂ ਹੋਈ, ਕਿਉਂਕਿ ਜਿਹੜੇ ਇੱਕ IG ਭੱਜੇ ਸੀਗੇ ਅੱਜ ਤੱਕ ਉਹ ਇਹਨਾਂ ਕੋਲ ਰਿਕਵਰ ਨਹੀਂ ਹੋਏ, ਨਾ ਉਹਨਾਂ ਦੀ ਟੀਮ ਜਿਹੜੀ ਉਹਨਾਂ ਨਾਲ ਕੰਮ ਕਰਦੀ ਸੀ ਉਹਦੇ ਬਾਰੇ ਕੋਈ ਕਿੰਤੂ ਪਰੰਤੂ ਹੈ, ਕਿਤੇ ਕੋਈ ਲੱਭਦਾ ਹੀ ਨਹੀਂ ਕੁਛ। DGP ਇਸ ਚੀਜ਼ ਦਾ ਵੀ ਜਵਾਬ ਨਹੀਂ ਦਿੰਦੇ ਵੀ ਬਿਸ਼ਨੋਈ ਨੇ ਕਿਸ ਤਰ੍ਹਾਂ ਇੰਟਰਵਿਊ ਕਰਤੀ, ਨਾ ਅਸੀਂ ਉਹ ਚਰਚਾ ਕਰਦੇ ਹਾਂ। ਇਹ ਸਿਰਫ ਇੱਕ ਐਸੀ ਚਰਚਾ ਬਣਾ ਕੇ ਰੱਖਣਾ ਚਾਹੁੰਦੇ ਆ ਔਰ ਆਪਣੇ ਆਪ ਦੇ ਕਾਰਨਾਮਿਆਂ ਤੋਂ ਕਰਤੂਤਾਂ ਤੋਂ ਮੈਂ ਕਹੂੰਗਾ ਸਿੱਧਾ ਵੀ ਧਿਆਨ ਹਟਾ ਕੇ ਰੱਖਣਾ ਚਾਹੁੰਦੇ ਆ ਵੀ ਇੱਕ ਐਸੀ ਚੀਜ਼ ਜਿਹੜੀ ਛੇੜ ਦਿਓ, ਇੱਕ ਐਸੀ ਚੰਗਿਆੜੀ ਲਾ ਦਿਓ ਜਿਹੜੀ ਚਰਚਾ ਮੀਡੀਆ 'ਚ ਵੀ ਹੁੰਦੀ ਰਹੇ, ਮੀਡੀਆ ਵੀ ਸਾਡੇ ਵੱਲ ਧਿਆਨ ਨਾ ਦੇ, ਜਿਹੜੇ ਆਮ ਜਨਤਾ ਹੈਗੀ ਉਹ ਵੀ ਸਾਡੇ ਵੱਲ ਧਿਆਨ ਨਾ ਦੇ, ਉਹ ਇਸੇ ਚੀਜ਼ ਉਲਝੇ ਰਹਿਣ SCPC ਨੇ ਕੀ ਕੀਤਾ ਤੇ ਫਲਾਣੇ ਨੇ ਕੀ ਕੀਤਾ, ਜਥੇਦਾਰ ਸਾਹਿਬ ਨੇ ਕੀ ਕੀਤਾ, ਕਿਹਨੇ ਕੀ ਕਿਹਾ, ਲੇਕਿਨ ਪੰਜਾਬ ਦੇ ਵਿੱਚ ਹੋ ਕੀ ਰਿਹਾ ਇਹਦੇ ਵੱਲ ਧਿਆਨ ਨਾ ਜਾਵੇ। ਸਰਕਾਰ ਕਿਸ ਤਰ੍ਹਾਂ ਪੈਸਾ ਲੁੱਟ ਕੇ ਬਾਹਰ ਸਟੇਟਾਂ ਦੇ ਵਿੱਚ ਜਾ ਕੇ ਖਰਚ ਕਰ ਰਹੀ ਹੈ, ਅਯਾਸ਼ੀ ਕਰ ਰਹੀ ਹੈ, ਮੈਂ ਕਹੂੰਗਾ 5 ਸਟਾਰ ਹੋਟਲਾਂ 7 ਸਟਾਰ ਹੋਟਲਾਂ 'ਚ ਜਾ ਕੇ ਕੇਜਰੀਵਾਲ ਸਮੇਤ ਜੋ ਕੀਤਾ ਜਾ ਰਿਹਾ ਹੈ ਉਹ ਕਹੂੰਗਾ ਮੈਂ ਕਿ ਉਹ ਅਯਾਸ਼ੀ ਹੈ, ਕੋਈ ਕੰਮ ਨਹੀਂ ਹੈ ਪੰਜਾਬ ਦਾ, ਕੋਈ ਪੰਜਾਬ ਦਾ ਭਲਾ ਨਹੀਂ ਕਰ ਰਹੇ ਜਾ ਕੇ ਉੱਥੇ। ਪੰਜਾਬ ਦੇ ਸਿਰ ਹੈਲੀਕਾਪਟਰ ਵਰਤਿਆ ਜਾ ਰਿਹਾ, ਪੰਜਾਬ ਦੇ ਸਰਮਾਇਆ ਵਰਤਿਆ ਜਾ ਰਿਹਾ, ਉਹ ਇਹਨਾਂ ਦੀ ਆਪਣੀ ਅਯਾਸ਼ੀ ਵਾਸਤੇ ਵਰਤਿਆ ਜਾ ਰਿਹਾ, ਉੱਤੇ ਕੋਈ ਸਵਾਲ ਨਾ ਪੈਦਾ ਕਰੇ। ਇਸ ਕਰਕੇ ਇਹੋ ਜਿਹੀਆਂ ਜਿਹੜੇ ਚੰਗਿਆੜੀਆਂ ਨੇ ਉਹ ਲਾ ਕੇ ਪੰਜਾਬ ਛੱਡ ਜਾਂਦੇ ਆ। ਉਹ ਅਸੀਂ ਵੀ ਚਰਚਾ ਕਰ ਰਹੇ ਹਾਂ, ਸਰਦਾਰ ਗੁਰਤੇਜ ਸਿੰਘ ਹੁਣੀ ਵੀ ਉਸੇ ਗੱਲ 'ਚ ਚਰਚਾ ਕਰ ਰਹੇ ਆ। ਅਸੀਂ ਉਸ ਜਿਹਨੂੰ ਕਹਿੰਦੇ ਕਿ ਲੂਪ 'ਚ ਫਸ ਜਾਂਦੇ ਆ, ਉਸ ਲੂਪ ਦੇ ਵਿੱਚ ਫਸੇ ਹੋਏ ਹਾਂ ਅਸੀਂ ਅੱਜ ਵੀ। ਪੁਲਿਸ ਦਾ ਬਿਲਕੁਲ ਜਿਹੜਾ ਹੈਗਾ, ਕਿਉਂਕਿ ਇਸ਼ੂ ਇਸ ਕਰਕੇ ਬਣਿਆ ਸਰਕਾਰ ਲੈ ਕੇ ਆਈ, ਹੁਣ ਕੱਲਾ ਮੀਡੀਆ 'ਚ ਡਿਬੇਟ ਦੀ ਚਰਚਾ ਦੀ ਗੱਲ ਨਹੀਂ। ਦੇਖੋ ਮਾਮਲਾ ਹੀ ਇਸ ਤਰ੍ਹਾਂ ਦਾ ਸੈਂਸਿਟਿਵ ਹੈ। SGPC ਜਿਨ੍ਹਾਂ ਨੂੰ ਮੈਂ ਅਕਸਰ ਕਹਿਣਾ ਹੁੰਦਾ ਕਿ ਮਿੰਨੀ ਪਾਰਲੀਮੈਂਟ ਸਿੱਖਾਂ ਦੀ ਚੁਣੀ ਹੋਈ ਪਾਰਲੀਮੈਂਟ ਹੈ, ਉਹਨਾਂ ਨੂੰ ਅੰਮ੍ਰਿਤਸਰ 26 ਨੂੰ ਵਿਸ਼ੇਸ਼ ਇਜਲਾਸ ਸੱਦਣਾ ਪੈ ਗਿਆ, ਗਵਰਨਰ ਨਾਲ ਮੁਲਾਕਾਤ ਕਰਨੀ ਪੈਗੀ। ਸੋ ਮੁੱਦਾ ਤਾਂ ਬਣ ਗਿਆ ਨਾ ਜੀ। ਸਿੱਧੂ ਸਾਹਿਬ ਗੱਲ ਇਸ ਤਰ੍ਹਾਂ ਹੈਗੀ ਹੈ, ਭਗਵੰਤ ਮਾਨ ਸਾਹਿਬ ਹਰ ਜਗ੍ਹਾ ਤੇ ਖੜੇ ਹੋ ਕੇ ਕਹਿੰਦੇ 3 ਕਰੋੜ ਜਨਤਾ ਨੂੰ ਹੀ ਜਵਾਬ ਦੇ, ਉਹ 'ਚ ਤੁਸੀਂ ਵੀ ਹੋ, ਮੈਂ ਵੀ ਹਾਂ, ਬਾਕੀ ਲੋਕ ਵੀ ਨੇ, ਗੁਰਤੇਜ ਜੀ ਉਹ ਵੀ ਨੇ, ਬਰਾਗੀ ਸਾਹਿਬ ਵੀ ਨੇ, ਸਾਰੇ ਹੀ ਨੇ ਜਿਹਨਾਂ ਨੂੰ ਜਵਾਬ ਦੇ ਹੈਗੇ ਨੇ, ਉਹ ਬੁੱਟਰ ਸਾਹਿਬ ਵੀ ਨੇ। ਲੇਕਿਨ ਅੱਜ ਦੇ ਡਿਬੇਟ ਦੇ ਵਿੱਚ ਕੀ ਉਹਨਾਂ ਦਾ ਨੁਮਾਇੰਦਾ ਆਇਆ ਕੋਈ ਜਵਾਬ ਦੇਣ ਲਈ? ਸਾਨੂੰ ਸਾਡੇ ਸਵਾਲਾਂ ਦਾ ਜਵਾਬ ਦੇਣ ਵਾਸਤੇ ਦੱਸੋ ਕੋਈ ਆਇਆ ਹੋਵੇ? ਤੇ ਨਹੀਂ, ਉਹਨਾਂ ਕੋਲ ਕੋਈ ਜਵਾਬ, ਨਾ ਉਹ ਜਵਾਬ ਦੇ ਸਕਦੇ ਨੇ, ਉਹ ਜਵਾਬਹੀਨ ਨੇ। ਜਿਹੜੇ ਸਵਾਲ ਅਸੀਂ ਕਰ ਰਹੇ ਉਹਨਾਂ ਦੇ ਜਵਾਬ ਨਹੀਂ ਹੈਗੇ ਉਹਨਾਂ ਦੇ ਕੋਲ। ਔਰ ਜਿਹੜਾ ਉਹਨਾਂ ਨੇ ਇਹ ਖਾਮ ਖਾ ਦਾ ਇੱਕ ਮਾਮਲਾ ਪਖਾ ਦਿੱਤਾ ਹੈਗਾ, ਠੀਕ ਹੈ SGPC ਨੇ ਆਪਣੀ ਪ੍ਰੋਡਕਸ਼ਨ ਕਰਨੀ ਹੈ, ਔਰ ਜਿਸ ਤਰੀਕੇ ਨਾਲ ਇਹ ਲੜਾਈਆਂ ਲੜ ਕੇ 500 ਸ਼ਹੀਦੀਆਂ ਦੇ ਕੇ ਉਸ ਤੋਂ ਬਾਅਦ 'ਚ ਇਹਨੇ ਜਿਹੜੇ ਹੈਗੇ ਉੱਪਰ ਥੱਲੇ ਕਰਕੇ ਅੱਜ SGPC ਬਣੀ ਹੈ, ਤੇ ਕੋਈ ਵੀ ਉੱਠ ਕੇ ਅੱਜ ਜਿਹੜਾ ਪੱਗ ਨੂੰ ਜਿਹੜਾ ਹੈਗਾ ਐਜ਼ ਏ ਟੋਪੀ ਯੂਜ਼ ਕਰਦਾ ਹੈ, ਸਿਰਫ ਰਾਜਨੀਤਿਕ ਤੌਰ ਦੇ ਉੱਤੇ ਇਹਨੂੰ ਯੂਜ਼ ਕਰ ਰਿਹਾ ਹੈ। ਔਰ ਜਿਹੜੀ ਮਾਨ ਮਰਿਆਦਾ ਹੈਗੀ ਹੈ, ਜਿਹੜੀ ਕਗਾਰ ਨੇ ਉਹਨਾਂ ਦੀ ਬੇਅਦਬੀ ਕਰਦਾ ਹੈ ਉੱਥੇ ਬਹਿ ਕੇ। ਜਿਹੜਾ ਹਰਿਮੰਦਰ ਸਾਹਿਬ ਦੇ ਜਿਹੜੇ ਕੀਰਤਨੀਏ ਨੇ, ਜਿਹੜੇ ਇੰਨੀ ਮਿਹਨਤ ਕਰਕੇ ਉਸ ਲੈਵਲ ਤੇ ਪਹੁੰਚਦੇ ਨੇ, ਐਵੇਂ ਨਹੀਂ ਪਹੁੰਚ ਜਾਂਦਾ ਕੋਈ ਦਰਬਾਰ ਸਾਹਿਬ ਦੇ ਕੀਰਤਨ ਕਰਨ ਵਾਸਤੇ, ਉਹਨਾਂ ਵਾਸਤੇ ਗਲਤ ਕਮੈਂਟ ਕਰਦਾ ਹੈ, ਉਹ ਅੱਜ SGPC ਦੇ ਸਵਾਲ ਖੜੇ ਕਰੂਗਾ। ਜੀ ਮਿਹਰਬਾਨੀ, ਤੁਹਾਡਾ ਵਿਊ ਪੁਆਇੰਟ ਆ ਗਿਆ। ਬੁੱਟਰ ਸਾਹਿਬ ਬੀਇੰਗ ਏ ਜਰਨਲਿਸਟ, ਤੁਸੀਂ ਲੰਬੇ ਸਮੇਂ ਤੋਂ ਸਿੱਖੀ ਮਾਮਲਿਆਂ ਨਾਲ ਜੁੜੇ ਮੁੱਦਿਆਂ ਤੇ ਰਿਪੋਰਟਿੰਗ ਵੀ ਕਰਦੇ ਆ ਰਹੇ ਹੋ, ਨਜ਼ਦੀਕ ਤੋਂ ਸਾਰੀਆਂ ਘਟਨਾਵਾਂ ਨੂੰ ਦੇਖਦੇ ਵੀ ਹੋ। ਮੈਂ ਦਰਸ਼ਕਾਂ ਦੀ ਜਾਣਕਾਰੀ ਦੱਸਣਾ ਚਾਹਾਂਗਾ ਕਿ ਅਨੰਦਪੁਰ ਸਾਹਿਬ ਦੀ ਉਹ ਪਵਿੱਤਰ ਧਰਤੀ, ਉਹ ਧਰਤੀ ਨਾਲ ਸਿੱਧੇ ਤੌਰ ਤੇ ਤੁਹਾਡਾ ਸੰਬੰਧ ਆ। ਉੱਥੇ ਸਾਰਾ ਜਿਹੜਾ ਹੈਗਾ ਤੁਸੀਂ ਆਪਣਾ ਕਿਹਨੂੰ ਕਹਿੰਦੇ ਕਿ ਕਾਰਜ ਖੇਤਰ ਹੀ ਤੁਹਾਡਾ ਉਹ ਹੈਗਾ। ਇਸ ਮੁੱਦੇ ਤੇ, ਜਿਸ ਮੁੱਦੇ ਤੇ ਆਪਾਂ ਸਥਿਤੀ ਦਾ ਜ਼ਿਕਰ ਕਰ ਰਹੇ ਹਾਂ, SGPC ਆਪਣੀ ਜਗ੍ਹਾ ਤੇ ਗਵਰਨਰ ਕੋਲ ਤੌਖਲਾ ਪ੍ਰਗਟ ਕਰ ਰਹੀ ਹੈ। ਦੂਜੇ ਪਾਸੇ ਗੁਰਬਾਣੀ ਪ੍ਰਸਾਰਣ ਦੇ ਮਾਮਲੇ ਨੂੰ ਲੈ ਕੇ ਸਵਾਲ ਤਾਂ ਉੱਠ ਹੀ ਰਹੇ ਹੈ। ਇਹਨਾਂ ਮੁੱਦਿਆਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਸਿੱਧੂ ਸਾਹਿਬ, ਮੈਂ ਇਹਨੂੰ 3 ਭਾਗਾਂ ਦੇ ਵਿੱਚ ਇਸ ਮੁੱਦੇ ਨੂੰ ਵੇਖਦਾ ਜੀ। ਪਹਿਲੀ ਗੱਲ ਇਹ ਆ ਕਿ ਜਿਹੜੀ ਪੰਜਾਬ ਸਰਕਾਰ ਆ ਉਹ 3 ਕਰੋੜ ਲੋਕਾਂ ਨੇ ਚੁਣੀ ਆ, ਔਰ 3 ਕਰੋੜ ਲੋਕਾਂ ਨੂੰ ਉਹ ਜਵਾਬਦੇਹ ਆ। ਉਹ ਸਰਕਾਰ ਜਿਹੜੀ ਆ ਪੰਜਾਬ ਦੇ ਵਿੱਚ ਨਾ ਤੇ ਰੁਜ਼ਗਾਰ ਦੇ ਮੁੱਦੇ ਨੂੰ ਸੰਬੋਧਿਤ ਹੋ ਰਹੀ, ਨਾ ਉਹ ਸਿਹਤ ਸਿੱਖਿਆ ਦੇ ਵਿੱਚ ਵੱਲ ਸੰਬੋਧਿਤ ਹੋ ਰਹੀ, ਤੇ ਨਾ ਅਮਨ ਕਾਨੂੰਨ ਵੱਲ ਸੰਬੋਧਿਤ ਹੋ ਰਹੀ ਜੀ। ਤਕਰੀਬਨ ਪੰਜਾਬ ਦੇ ਵਿੱਚ 1.5 ਕਰੋੜ ਸਿੱਖ ਨੇ, ਤੇ ਸਿੱਖਾਂ ਦਾ ਇਹ ਆਪਣਾ ਮਸਲਾ ਹੈ ਕਿ ਉਹਨਾਂ ਨੇ ਕੀਰਤਨ ਦਾ ਜਿਹੜਾ ਰਿਲੇ ਆ ਉਹ ਕਿਸ ਤਰੀਕੇ ਦੇ ਨਾਲ ਕਰਨਾ ਆ। ਉਹ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਮਤਭੇਦ ਵੀ ਹੋ ਸਕਦੇ ਆ, ਪਰ ਇਹਦੇ ਵਿੱਚ ਸਰਕਾਰ ਦਾ ਇਨਵੋਲਵ ਹੋਣਾ ਹੀ ਮੈਨੂੰ ਜਿਹੜਾ ਉਹ ਜਾਇਜ਼ ਨਹੀਂ ਲੱਗਦਾ, ਕਿਉਂਕਿ ਸਰਕਾਰ ਨੂੰ ਅਸਲੀ ਮੁੱਦਿਆਂ ਨਾਲ ਸੰਬੋਧਿਤ ਹੋਣਾ ਚਾਹੀਦਾ। ਜਿਹੜਾ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੋਣ ਡਈ ਆ, ਜਾਂ ਫਿਰ ਪੰਜਾਬ ਦੇ ਵਿੱਚ ਰੁਜ਼ਗਾਰ ਦਾ ਜਿਹੜਾ ਬਹੁਤ ਵੱਡਾ ਸੰਕਟ ਆ, ਪੰਜਾਬ ਦੇ ਨੌਜਵਾਨ ਜਿਹੜੇ ਆ ਉਹ ਪ੍ਰਵਾਸ ਕਰ ਰਹੇ ਆ, ਤੇ ਜਿਹੜੇ ਪ੍ਰਵਾਸੀ ਪੂਰਬੀਏ ਜਿਹੜੇ ਪ੍ਰਵਾਸੀ ਮਜ਼ਦੂਰ ਆ ਉਹ ਪੰਜਾਬ 'ਚ ਆ ਕੇ ਪੱਕੇ ਤੌਰ ਤੇ ਵਸਨੀਕ ਬਣ ਕੇ ਇੱਥੇ ਆਪੋ ਆਪਣੇ ਕਾਰੋਬਾਰ ਸਥਾਪਿਤ ਕਰ ਰਹੇ ਆ। ਇਸ ਤਰ੍ਹਾਂ ਦਾ ਬੇਤਰਤੀਬਾਪਨ ਬਹੁਤ ਵੱਧ ਰਿਹਾ, ਤੇ ਇਹਨਾਂ ਮੁੱਦਿਆਂ ਵੱਲੋਂ ਧਿਆਨ ਹਟਾ ਕੇ ਜਿਵੇਂ ਕਿ ਇੱਕ ਰਾਜਨੀਤੀ ਦੇ ਵਿੱਚ ਇੱਕ ਫਾਰਮੂਲਾ ਹੈ ਕਿ
ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਹਟਾਉਣਾ ਤੇ ਤੁਸੀਂ ਕਿਸੇ ਨਾ ਕਿਸੇ ਧਾਰਮਿਕ ਵਿਵਾਦ ਜਾਂ ਧਾਰਮਿਕ ਸ਼ਗੂਫੇ ਦੇ ਵਿੱਚ ਲੋਕਾਂ ਨੂੰ ਜਿਹੜਾ ਆ ਵੰਡ ਦਿਓ। ਅੱਛਾ, ਦੂਸਰੀ ਗੱਲ ਇਹ ਆ ਕਿ ਜਿਹੜੀ ਵਿਧਾਨ ਸਭਾ ਦੇ ਵਿੱਚ ਇਹਨਾਂ ਨੇ ਕੱਲ ਬਿੱਲ ਪਾਸ ਕੀਤਾ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ, ਇਹਦਾ ਐਕਟ ਸਿੱਖ ਗੁਰਦੁਆਰਾ ਐਕਟ 1925 ਜਿਹੜਾ ਉਹ 7 ਮਈ 1925 ਨੂੰ ਜਿਹੜਾ ਆ ਜਿਹੜੀ ਪੰਜਾਬ ਵਿਧਾਨਕ ਕੌਂਸਲ ਦੇ ਵਿੱਚ ਸਰਦਾਰ ਤਾਰਾ ਸਿੰਘ ਮੋਗਾ ਨੇ ਪੇਸ਼ ਕੀਤਾ ਸੀਗਾ ਤੇ ਉਸ ਦੀ ਜਿਹੜੀ ਪ੍ਰਵਾਨਗੀ ਦੇ ਲਈ ਜਿਹੜੀ ਉਹਦੀ ਤਾਈਦ ਕੀਤੀ ਸੀਗੀ ਉਹ ਕੀਤੀ ਸੀਗੀ ਭਾਈ ਜੋਧ ਸਿੰਘ ਨੇ। ਤੇ ਇਸ ਤੋਂ ਬਾਅਦ ਜਿਹੜਾ ਪੰਜਾਬ ਵਿਧਾਨਕ ਕੌਂਸਲ ਨੇ ਇਸ ਨੂੰ ਸਿੱਖ ਗੁਰਦੁਆਰਾ ਐਕਟ 1925 ਨੂੰ ਮਾਨਤਾ ਦਿੱਤੀ। 1 ਨਵੰਬਰ 1925 ਤੋਂ ਸਿੱਖ ਗੁਰਦੁਆਰਾ ਐਕਟ ਆਪਣਾ ਕਾਰਜ ਕਰਨਾ ਸ਼ੁਰੂ ਕਰਦਾ ਹੈ ਇੱਕ ਸੂਬਾਈ ਐਕਟ ਵਜੋਂ। ਪਰ ਜਦੋਂ 1 ਨਵੰਬਰ 1966 ਨੂੰ ਪੰਜਾਬੀ ਸੂਬਾ ਬਣਦਾ, ਕਿਉਂਕਿ ਸਿੱਖ ਗੁਰਦੁਆਰਾ ਐਕਟ 1925 ਜਦੋਂ ਬਣਿਆ ਸੀ, ਸ਼ੁਰੂਆਤ ਦੇ ਵਿੱਚ ਇਹਦੇ ਕੋਲ 261 ਗੁਰਦੁਆਰੇ ਸੀਗੇ ਤੇ ਜਿਨ੍ਹਾਂ ਦੇ ਵਿੱਚੋਂ ਤਕਰੀਬਨ 65 ਗੁਰਦੁਆਰੇ ਪਾਕਿਸਤਾਨ ਦੇ ਵਿੱਚ ਸੀ। ਤੇ ਜਦੋਂ ਪਾਕਿਸਤਾਨ ਅੱਡ ਹੋ ਗਿਆ 1947 ਚ ਤੇ ਬਾਅਦ ਵਿੱਚ 1966 ਦੇ ਵਿੱਚ ਪੰਜਾਬੀ ਸੂਬਾ ਬਣਿਆ ਤਾਂ ਬਹੁਤ ਸਾਰੇ ਗੁਰਦੁਆਰੇ ਹਿਮਾਚਲ ਤੇ ਹਰਿਆਣੇ ਤੇ ਚੰਡੀਗੜ੍ਹ ਚ ਰਹਿਣ ਕਰਕੇ ਇਹ ਜਿਹੜਾ ਐਕਟ ਆ ਸਿੱਖ ਗੁਰਦੁਆਰਾ ਐਕਟ 1925 ਪੰਜਾਬ ਪੁਨਰਗਠਨ ਐਕਟ 1966 ਦੀ ਧਾਰਾ 72 ਤਹਿਤ ਇੱਕ ਅੰਤਰਰਾਜੀ ਐਕਟ ਵਜੋਂ ਜਿਹੜਾ ਇਹ ਸਥਾਪਿਤ ਹੋ ਗਿਆ ਸੀ। ਤੇ ਇਹਦਾ ਜਿਹੜਾ ਵਿਸ਼ਾ ਆ ਇਹਦੇ ਵਿੱਚ ਤਬਦੀਲੀ ਦਾ ਜਾਂ ਸੋਧ ਦਾ ਉਹ ਪੰਜਾਬ ਵਿਧਾਨ ਸਭਾ ਦੀ ਬਜਾਏ ਪਾਰਲੀਮੈਂਟ ਕੋਲ ਚਲ ਗਿਆ। ਜਿਵੇਂ ਸਰਦਾਰ ਗੁਰਤੇਜ ਸਿੰਘ ਨੇ ਪਹਿਲਾਂ ਇੱਕ ਜ਼ਿਕਰ ਕੀਤਾ ਕਿ ਨਹਿਰੂ ਤਾਰਾ ਸਿੰਘ ਪੈਕਟ ਦਾ, ਉਹਦੇ ਵਿੱਚ ਇੱਕ ਮੱਦ ਸੀਗਾ ਕਿ ਜਿਹੜਾ ਪਾਰਲੀਮੈਂਟ ਵੀ ਆ ਸਿੱਖ ਗੁਰਦੁਆਰਾ ਐਕਟ 1925 ਦੇ ਵਿੱਚ ਕੋਈ ਵੀ ਸੋਧ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 2/3 ਬਹੁਮਤ ਦੇ ਕੀਤੀ ਸਿਫਾਰਿਸ਼ ਤੋਂ ਬਗੈਰ ਨਹੀਂ ਕਰ ਸਕੇਗੀ। ਜੇ ਸ਼੍ਰੋਮਣੀ ਕਮੇਟੀ ਦਾ 2/3 ਬਹੁਮਤ ਲਿਖ ਕੇ ਭੇਜਦਾ ਕਿਸੇ ਡਿਮਾਂਡ ਨੂੰ ਤਾਂ ਉਹਦੇ ਤੇ ਹੀ ਪਾਰਲੀਮੈਂਟ ਦੇ ਦੋਹੇ ਸਦਨ ਜਿਹੜੇ ਸਰਬਸੰਮਤੀ ਨਾਲ ਬਿੱਲ ਨੂੰ ਪ੍ਰਵਾਨਗੀ ਦੇ ਸਕਦੇ ਆ, ਇਸ ਤੋਂ ਬਗੈਰ ਨਹੀਂ। ਅਗਲੀ ਗੱਲ ਕਿ ਜਿਹੜਾ ਉਹਦੇ ਵਿੱਚ ਇਹ ਵੀ ਗੱਲ ਆ ਕਿਉਂਕਿ ਕੁਝ ਗੱਲਾਂ ਦਾ ਜਿਹੜਾ ਨਾ ਉਹ ਮਿਲਗੋਭਾ ਪੈਦਾ ਕਰਕੇ ਦੁਬਿਧਾ ਪੈਦਾ ਕੀਤੀ ਜਾ ਰਹੀ ਆ। ਇੱਕ ਉਦਾਹਰਨ ਦਿੱਤੀ ਜਾ ਰਹੀ ਆ ਕਿ ਹੁਣੇ ਹਰਿਆਣੇ ਦੇ ਵਿੱਚ ਵੱਖਰਾ ਗੁਰਦੁਆਰਾ ਐਕਟ ਬਣਿਆ ਤਾਂ ਪੰਜਾਬ ਦੇ ਵਿੱਚ ਜਿਹੜਾ ਇਹ ਕਿਉਂ ਨਹੀਂ ਸੋਧ ਕੀਤੀ ਜਾ ਸਕਦੀ। ਉਹਦੇ ਬਾਰੇ ਮੈਂ ਥੋੜਾ ਜਿਹਾ ਸਪਸ਼ਟ ਕਰਾਂ ਕਿ ਪੰਜਾਬ ਪੁਨਰਗਠਨ ਐਕਟ 1966 ਦੇ ਵਿੱਚ ਇਹ ਵੀ ਲਿਖਿਆ ਕਿ ਸਿੱਖ ਗੁਰਦੁਆਰਾ ਐਕਟ 1925 ਕੰਮ ਕਰੇਗਾ, ਪਰ ਜੇਕਰ ਕਿਸੇ ਸੂਬੇ ਦੀ ਜਿਹੜੀ ਆ ਉਹ ਵੱਖਰੀ ਗੁਰਦੁਆਰਾ ਕਮੇਟੀ ਬਣਾਉਣੀ ਚਾਹਣ ਸਿੱਖ ਤਾਂ ਉਹ ਸੂਬਾ ਜਿਹੜਾ ਅਖਤਿਆਰ ਰੱਖਦਾ ਕਿ ਵੱਖਰੀ ਕਮੇਟੀ ਬਣਾ ਸਕਦਾ। ਤਾਂ ਹਰਿਆਣੇ ਨੇ ਬਣਾ ਲਈ, ਪਰ ਜਿਹੜੀ ਪੰਜਾਬ ਦੇ ਵਿੱਚ ਜਿਹੜਾ ਪਰਸੋਂ ਹੋਇਆ ਆ ਵਿਧਾਨ ਸਭਾ ਦੇ ਵਿੱਚ ਉਹ ਕੋਈ ਨਵੀਂ ਕਮੇਟੀ ਦਾ ਐਕਟ ਨਹੀਂ ਬਣਿਆ, ਉਹ ਸਿੱਖ ਗੁਰਦੁਆਰਾ ਐਕਟ 1925 ਦੇ ਵਿੱਚ ਸੋਧ ਦਾ ਜਿਹੜਾ ਇੱਕ ਖੇਖਣ ਕੀਤਾ ਗਿਆ, ਇੱਕ ਟਕਵੰਜ ਕੀਤਾ ਗਿਆ ਜੋ ਕਿ ਪੰਜਾਬ ਵਿਧਾਨ ਸਭਾ ਦੇ ਅਖਤਿਆਰ 'ਚ ਨਹੀਂ ਆਉਂਦਾ, ਇਹ ਲੋਕ ਸਭਾ ਦੇ ਪਾਰਲੀਮੈਂਟ ਦੇ ਅਖਤਿਆਰ 'ਚ ਆਉਂਦਾ ਆ। ਥੈਂਕ ਯੂ ਵੈਰੀ ਮਚ ਬੁੱਟੂ ਸਾਹਿਬ, ਆਪਣੀ ਗੱਲ ਪਲੀਜ਼ ਮੁਕੰਮਲ ਕਰਿਓ, ਫਿਰ ਆਪਾਂ ਬਾਕੀ ਮਹਿਮਾਨਾਂ ਤੋਂ ਵੀ ਰਹਿ ਲਈਏ, ਪਲੀਜ਼ ਮੁਕੰਮਲ ਕਰਿਓ। ਛੋਟੀ ਜੀ ਗੱਲ ਅਗਲੀ ਮੈਂ ਗੱਲ ਕਰਦਾ ਕਿ ਜਿਹੜੇ ਪੰਜਾਬ ਦੇ ਵਿੱਚ ਜੇਕਰ ਇਹਨਾਂ ਨੇ ਕੋਈ ਗੁਰਦੁਆਰਾ ਕਮੇਟੀ ਦੇ ਮਾਫ ਕਰਨਾ ਜੀ ਗੁਰਦੁਆਰਾ ਐਕਟ 1925 ਦੇ ਵਿੱਚ ਕੋਈ ਤਬਦੀਲੀ ਕਰਨੀ ਆ ਜਾਂ ਕੋਈ ਸੋਧ ਕਰਨੀ ਆ, ਸੋਧ ਤਾਂ ਹੀ ਹੋ ਸਕਦੀ ਹੈ ਨਾ ਜੇ ਕੋਈ ਉਹ ਗੁਰਬਾਣੀ ਪ੍ਰਸਾਰਣ ਨਾਲ ਸੰਬੰਧਿਤ ਕੋਈ ਮੱਦ ਪਹਿਲਾਂ ਐਕਟ ਦੇ ਵਿੱਚ ਦਰਜ ਹੋਏਗੀ। ਪਹਿਲਾਂ ਐਕਟ ਦੇ ਵਿੱਚ ਤੇ ਕੋਈ ਦਰਜ ਨਹੀਂ ਆ ਤੇ ਸੋਧ ਕਰਨ ਦਾ ਅਖਤਿਆਰ ਵੈਸੇ ਵੀ ਪੰਜਾਬ ਵਿਧਾਨ ਸਭਾ ਨੂੰ ਨਹੀਂ ਹੈਗਾ। ਇਸ ਕਰਕੇ ਪਾਰਲੀਮੈਂਟ ਦਾ ਮੁੱਦਾ ਪੰਜਾਬ ਦੇ ਵਿੱਚ ਇੱਕ ਵਕਤੀ ਤੌਰ ਤੇ ਛੱਡਿਆ ਗਿਆ ਤੇ ਇਹ ਵੱਖਰਾ ਐਕਟ ਬਣਾ ਸਕਦੇ ਸੀ, ਇਹਦੇ 'ਚ ਕੋਈ ਇਨਕਾਰ ਨਹੀਂ ਕਿ ਵੱਖਰਾ ਗੁਰਦੁਆਰਾ ਐਕਟ ਬਣਾ ਸਕਦੇ ਸੀ, ਉਹ ਅਧਿਕਾਰ ਇਹਨਾਂ ਦੇ ਆਉਂਦਾ ਸੀਗਾ, ਪਰ ਇਹ ਜੋ ਕੁਝ ਕੀਤਾ ਹੈ ਸੰਵਿਧਾਨਕ ਤੌਰ ਤੇ ਇਹਨਾਂ ਦੇ ਅਖਤਿਆਰ 'ਚ ਨਹੀਂ ਹੁੰਦਾ। ਤੁਹਾਡਾ ਵਿਊ ਪੁਆਇੰਟ ਆ ਗਿਆ। ਸਰਗਤੇਜ ਸਿੰਘ ਜੀ, ਇੱਕ ਹੋਰ ਅਹਿਮ ਸਵਾਲ ਇਸੇ ਮਾਮਲਿਆਂ ਨਾਲ ਹੀ ਜੁੜਿਆ ਵਾ ਮਾਮਲਾ ਹੈਗਾ, ਜਿੱਦਾਂ ਆਪਾਂ ਵਿਧਾਨ ਸਭਾ ਦਾ ਜ਼ਿਕਰ ਕਰਦੇ ਹਾਂ ਇੱਦਾਂ ਹੀ ਆਪਾਂ SGPC ਦਾ ਜਿਹੜਾ ਜਨਰਲ ਹਾਊਸ ਆ ਉਹਦੀ ਗੱਲ ਕਰਦੇ ਹਾਂ। SGPC ਨੇ 2 ਦਿਨ ਪਹਿਲਾਂ ਜਿਹੜਾ ਫੈਸਲਾ ਲਿਆ, ਅਕਾਲ ਤਖ਼ਤ ਸਾਹਿਬ ਦੇ ਜਿਹੜੇ ਕਾਰਜਕਾਰੀ ਜਥੇਦਾਰ ਹੈ ਉਹਨਾਂ ਤੋਂ ਜਿਹੜੀਆਂ 2 ਸੇਵਾ ਦੀਆਂ ਜ਼ਿੰਮੇਵਾਰੀਆਂ ਸੀ ਉਹ ਲੈ ਕੇ ਦਮਦਮਾ ਸਾਹਿਬ ਉਹ ਜ਼ਿੰਮੇਵਾਰੀ ਨਿਭਾਉਣਗੇ ਅਤੇ ਅਕਾਲ ਤਖ਼ਤ ਸਾਹਿਬ ਦੀ ਜ਼ਿੰਮੇਵਾਰੀ ਉਹਨਾਂ ਤੋਂ ਵਾਪਸ ਲੈ ਲਏਗੀ ਹੈ। ਉਸ ਮੁੱਦੇ 'ਤੇ ਅੱਜ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਮੀਡੀਆ 'ਚ ਚਾਹੇ ਬੜੇ ਸੰਜਮ ਨਾਲ ਗੱਲ ਕੀਤੀ ਹੈ, ਪਰ ਕਿਉਂਕਿ ਗੱਲ ਕਰਨੀ ਆਪਣੇ ਆਪ 'ਚ ਬੜੀ ਇੱਕ ਭਾਵਪੂਰਤ ਗੱਲ ਹੈ, ਉਹਨਾਂ ਨੇ ਕਿਹਾ ਕਿ ਮੈਂ ਕਿਸੇ ਦਬਾਅ ਹੇਠਾਂ ਕੇ ਕੰਮ ਨਹੀਂ ਸੀ ਕਰ ਸਕਦਾ,
ਇਹ ਵੀ ਕਿਹਾ ਕਿ ਮੈਂ ਦਮਦਮਾ ਸਾਹਿਬ ਦਾ ਜਥੇਦਾਰ ਹੈਗਾ, ਸੇਵਾ ਕਰਦਾ ਰਹਾਂਗਾ। ਜੇ ਐਸਜੀਪੀਸੀ ਚਾਹੇ ਤਾਂ ਉਹ ਵੀ ਵਾਪਸ ਲੈ ਸਕਦੇ ਹੈ। ਔਰ ਕਿਧਰੇ ਉਹਨਾਂ ਵੱਲੋਂ ਅਕਾਲੀ ਦਲ ਦੇ ਜਿਹੜੇ ਆਗੂ ਆ ਉਹਨਾਂ ਬਾਰੇ ਵੀ ਕਮੈਂਟ ਕੀਤਾ ਗਿਆ ਔਰ ਅਕਾਲੀ ਦਲ ਵੱਲੋਂ ਵੀ ਕਿਸੇ ਲੀਡਰਸ਼ਿਪ ਦੇ ਕਿਸੇ ਵੱਲੋਂ ਕਿਹਾ ਜਾ ਰਿਹਾ ਕਿ ਸ਼ਾਇਦ ਕਿਸੇ ਵੱਡੀ ਤਾਕਤ ਵੱਲੋਂ ਇੱਦਾਂ ਦਾ ਦਬਾਅ ਹੋ ਸਕਦਾ ਜਿਹਦੇ ਕਰਕੇ ਜਥੇਦਾਰ ਜੋ ਕਰਨਾ ਚਾਹੁੰਦੇ ਸੀ ਉਹ ਨਹੀਂ ਕਰ ਪਾਏ। ਜਥੇਦਾਰ ਜਦੋਂ ਬਣੇ ਨੇ ਤਾਂ ਸਾਨੂੰ ਸਾਰਿਆਂ ਨੂੰ ਬਹੁਤ ਉਮੀਦਾਂ ਸਨ ਇਹਨਾਂ ਕੋਲੋਂ ਜੀ। ਸੋਚਦੇ ਸਾਂ ਕਿ ਨਵੀਂ ਪਿੱਠ ਪਈ ਹੈ, ਬਹੁਤ ਪੜ੍ਹਿਆ ਲਿਖਿਆ ਬੰਦਾ ਆਇਆ ਹੈ ਤੇ ਕੁਛ ਨਾ ਕੁਛ ਜ਼ਰੂਰ ਕਰੇਗਾ। ਕੁਛ ਤਾਂ ਇਹਨਾਂ ਦੀ ਆਪਣੀ ਕਮੀ ਸੀ ਕਿ ਆਪਣੇ ਕੌਮ ਦੇ ਮਸਲਿਆਂ ਨੂੰ ਇਹ ਪੂਰੀ ਗੰਭੀਰਤਾ ਨਾਲ ਸਮਝ ਨਹੀਂ ਸਕੇ। ਦੂਸਰੀ ਇਹਨਾਂ ਦੀ ਕਮਜ਼ੋਰੀ ਇਹ ਸੀ ਕਿ ਦੇਖੋ ਜਥੇਦਾਰ ਇਹਨਾਂ ਨੂੰ ਜਥੇਦਾਰੀ ਦਾ ਅਹੁਦਾ ਇਹਨਾਂ ਨੂੰ ਮਿਲ ਗਿਆ ਸੀ ਜਿਸ ਨੂੰ ਸਾਰੇ ਦੇ ਸਾਰੇ ਸੁਪਰੀਮ ਕਹਿੰਦੇ ਨੇ, ਚਾਹੇ ਮੰਨਦੇ ਚਾਹੇ ਘੱਟ ਹੋਣ, ਲੇਕਿਨ ਕਹਿੰਦੇ ਸਾਰੇ ਨੇ ਕਿ ਇਹ ਸੁਪਰੀਮ ਅਹੁਦਾ ਹੈ। ਤਾਂ ਇਹਨਾਂ ਨੂੰ ਉਸ ਦੇ ਮੁਕਾਬਲੇ ਦੇ ਵਿੱਚ ਉਸ ਦੇ ਹਾਣ ਦੇ ਕੋਈ ਫੈਸਲੇ ਕਰਨੇ ਚਾਹੀਦੇ ਸਨ। ਨਿੱਕੇ ਨਿੱਕੇ ਫੈਸਲੇ ਹਨ ਜਿਨ੍ਹਾਂ ਨੇ ਪੰਥ ਨੂੰ ਕਈ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਹੈ ਜੀ। ਰਹਿਤ ਮਰਿਆਦਾ ਲਾਗੂ ਹੋ ਰਹੀ, ਇਸ ਦੇ ਵਿੱਚ ਕਿਹੜੀ ਗੱਲ ਸੀਗੀ? ਇੱਕ ਸਾਰਿਆਂ ਦੀਆਂ ਕਮ ਸੇ ਕਮ ਇਸ ਦੇ ਉੱਤੇ ਵਾਰਤਾਲਾਪ ਸ਼ੁਰੂ ਕਰ ਸਕਦੇ ਸਨ। ਜਿਹੜਾ ਆਪਣਾ ਕੈਲੰਡਰ ਹੈ ਨਾਨਕਸ਼ਾਹੀ ਕੈਲੰਡਰ, ਜੋ ਕਿਸੇ ਦਾ ਕੁਝ ਨਹੀਂ ਵਿਗਾੜਦਾ, ਸਿਰਫ ਸਾਨੂੰ ਤੇ ਵਿਦੇਸ਼ੀ ਲੋਕਾਂ ਨੂੰ, ਜਿਹੜੇ ਬਾਹਰ ਬੈਠੇ ਲੋਕ ਆਪਣੇ 50 ਮੁਲਕਾਂ ਦੇ ਵਿੱਚ ਵਸਦੇ ਨੇ, ਉਹਨਾਂ ਨੂੰ ਇੱਕ ਸੇਧ ਦਿੰਦਾ ਹੈ ਕਿ ਕਿਹੜੇ ਦਿਨ ਨੂੰ ਗੁਰਪੁਰਬ ਆਉਣੇ ਨੇ। ਸਾਇੰਟੀਫਿਕ ਲੀਹਾਂ ਦੇ ਉੱਤੇ ਇਸ ਨੂੰ ਬਣਾਇਆ ਗਿਆ। ਜਿਹੜੀ ਕਮੇਟੀ ਉਸ ਵੇਲੇ ਬਣਾ ਰਹੀ ਸੀ ਕੈਲੰਡਰ, ਉਸ ਦੇ ਵਿੱਚ ਮੈਂ ਵੀ ਸ਼ਾਮਲ ਸਾਂ ਕਿਸੇ ਹੋਰ ਪੱਖ ਤੋਂ, ਲੇਕਿਨ ਜ਼ਿਆਦਾ ਭਰਪੂਰ ਰੋਲ ਇਸ ਵਿੱਚ ਪੁਰੇਵਾਲ ਸਾਹਿਬ ਦਾ ਹੀ ਸੀ। ਉਹਨਾਂ ਦੀ ਸਟੱਡੀ ਬਹੁਤ ਸੀ ਔਰ ਬਹੁਤ ਠੀਕ ਉਹਨਾਂ ਨੇ ਕੈਲੰਡਰ ਬਣਾਇਆ ਹੈ। ਇਸ ਦੇ ਬਾਰੇ ਕੁਝ ਨਹੀਂ ਫੈਸਲਾ ਕਰ ਸਕੇ। ਜਿਹੜੇ ਛੋਟੇ ਛੋਟੇ ਮਸਲੇ ਸਨ, ਹੁਣ ਆਪਣੇ ਪ੍ਰੋਫੈਸਰ ਦਰਸ਼ਨ ਸਿੰਘ ਹੋਰਾਂ ਨੂੰ ਪੰਥ ਦੇ ਵਿੱਚੋਂ ਛੇਕਿਆ ਹੋਇਆ ਹੈ। ਆਪਾਂ ਸਾਰੇ ਜਾਣਦੇ ਹਾਂ ਕਿ ਜਥੇਦਾਰਾਂ ਦੇ ਕੋਲ ਕੋਈ ਅਧਿਕਾਰ ਨਹੀਂ ਕਿਸੇ ਨੂੰ ਛੇਕਣ ਦਾ। ਇਹ ਸਾਰੇ ਅਧਿਕਾਰ ਕੌਮ ਦੇ ਕੋਲ ਹੁੰਦੇ ਨੇ, ਖਾਲਸਾ ਪੰਥ ਦੇ ਕੋਲ ਹੁੰਦੇ ਨੇ, ਔਰ ਉਹ ਵੀ ਕਿਸੇ ਅੰਮ੍ਰਿਤਧਾਰੀ ਨੂੰ ਇਸ ਤਰ੍ਹਾਂ ਨਹੀਂ ਛੇਕ ਸਕਦਾ ਕਿ ਉਹਨੂੰ ਵਗਾ ਕੇ ਮਾਰਿਆ ਜਾਵੇ। ਕਿਸੇ ਤਰੀਕੇ ਨਾਲ, ਜਿਵੇਂ ਹੁਣ ਰਾਮਗੜੀਆ ਸੀਗੇ, ਆਪਣੇ ਜਰਨੈਲ ਸੀਗੇ ਵੱਡੇ, ਉਹਨਾਂ ਦੇ ਉੱਤੇ ਸ਼ੱਕ ਪਿਆ ਕਿ ਇਹਨਾਂ ਨੇ ਆਪਣੀ ਲੜਕੀ ਨੂੰ, ਛੋਟੀ ਬੱਚੀ ਨੂੰ ਮਾਰਿਆ, ਭਰੂਣ ਹੱਤਿਆ ਜਿਹਨੂੰ ਆਪਾਂ ਅੱਜ ਕੱਲ੍ਹ ਕਹਿੰਦੇ, ਜਨਮ ਤੋਂ ਬਾਅਦ ਬੱਚੇ ਨੂੰ ਮਾਰਤਾ ਹੈ। ਤਾਂ ਪੰਥ ਨੇ ਉਹਨੂੰ ਆਰਡਰ ਕੀਤਾ ਕਿ ਤੂੰ ਜਦੋਂ ਵੀ ਪੰਥਕ ਸਭਾ ਦੇ ਵਿੱਚ ਆਏਗਾ ਤਾਂ ਬਾਹਰ ਜੁੱਤੀਆਂ ਦੇ ਵਿੱਚ ਇੰਨੀ ਦੇਰ ਖੜਾ ਰਹਿਣਾ ਪਏਗਾ, ਕਿਉਂਕਿ ਕੁੜੀ ਮਾਰਨ ਨੂੰ ਅਸੀਂ ਠੀਕ ਨਹੀਂ ਸਮਝਦੇ। ਤਾਂ ਇਸ ਤਰ੍ਹਾਂ ਦਾ ਕਰਕੇ ਉਸ ਤੋਂ ਬਾਅਦ ਉਸ ਨੂੰ ਮਾਫ ਕਰਕੇ ਆਪਣੇ ਨਾਲ ਲਾ ਲਿਆ। ਉਹ ਇੱਕ ਵਾਰੀ ਜਾ ਕੇ ਇਹਨਾਂ ਦੇ ਨਾਲ, ਮੁਗਲਾਂ ਦੇ ਨਾਲ ਵੀ ਮਿਲ ਗਿਆ ਸੀ, ਤੇ ਲੇਕਿਨ ਉਸ ਤੋਂ ਬਾਅਦ ਫਿਰ ਉਸ ਨੂੰ ਆਪਣੇ ਨਾਲ ਮਿਲਾ ਲਿਆ। ਤਾਂ ਇਹ ਜਿਹੜੇ ਹੁੰਦਾ, ਇਹ ਕੋਈ ਪਰਮਾਨੈਂਟ ਨਹੀਂ ਹੁੰਦਾ ਵੀ ਤੁਸੀਂ ਛੇਕਤਾ ਦੇ। ਲੇਕਿਨ ਜਥੇਦਾਰਾਂ ਦੇ ਕੋਲ ਤਾਂ ਬਿਲਕੁਲ ਕੋਈ ਅਧਿਕਾਰ ਨਹੀਂ। ਸਾਰੇ ਸਿੰਘ ਅੰਮ੍ਰਿਤਧਾਰੀ ਹੋਣਗੇ, ਇੱਕ ਅੰਮ੍ਰਿਤਧਾਰੀ ਦੂਸਰੇ ਨੂੰ ਨਹੀਂ ਛੇਕ ਸਕਦਾ, ਔਰ ਨਾ ਹੀ ਕੋਈ ਅੰਮ੍ਰਿਤਧਾਰੀ ਗੁਰੂ ਦੀ ਬੇਅਦਬੀ ਕਰ ਸਕਦਾ ਹੈ। ਜੇ ਉਹਨੇ ਕੋਈ ਲਫ਼ਜ਼ ਕਹੇ ਵੀ ਹਨ ਤਾਂ ਉਹ ਲਫ਼ਜ਼ ਉਸਦੇ ਇਹ ਵੈਲਿਡ ਨਹੀਂ, ਇਹ ਬੇਅਦਬੀ ਨਹੀਂ ਦੀ ਹੱਦ ਦੇ ਅੰਦਰ ਨਹੀਂ ਆਉਂਦੇ। ਸੋ ਇਸ ਤਰ੍ਹਾਂ ਦੇ ਛੋਟੇ ਛੋਟੇ ਕੰਮ ਕਰ ਸਕਦੇ ਸੀ, ਉਹ ਵੀ ਨਹੀਂ ਕੀਤੇ। ਵੱਡੇ ਕੰਮਾਂ ਦੇ ਉੱਤੇ ਬਹਿਸ ਛੇੜ ਸਕਦੇ ਸੀ। ਹੁਣ ਅੱਜ ਕੱਲ੍ਹ ਇਹਨਾਂ ਦੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੀ ਕਹਿ ਰਹੇ ਨੇ ਕਿ ਇਹ ਰਹਿਤ ਮਰਿਆਦਾ ਤਾਂ ਹੈ ਹੀ ਕੋਈ ਨਹੀਂ, ਇਹਦਾ ਖਰੜਾ ਹੈ। ਜਿਹੜੀ 30-35 ਸਾਲ ਇੰਨੀ ਮਿਹਨਤ ਕਰਕੇ ਲੋਕਾਂ ਨੇ ਬਣਾਈ ਹੈ, ਵੱਡੇ ਵੱਡੇ ਆਪਣੇ ਲੀਡਰ ਸਨ, ਆਗੂ ਸਨ, ਉਸ ਵੇਲੇ ਵਿਦਵਾਨ ਸਨ, ਸਾਰਿਆਂ ਨੇ ਇਕੱਠੇ ਹੋ ਕੇ ਰਹਿਤ ਮਰਿਆਦਾ ਬਣਾਈ। ਉਹ ਕਹਿੰਦਾ ਇਹ ਖਰੜਾ ਹੈ, ਤਾਂ ਕਮ ਸੇ ਕਮ ਇਹੋ ਜਿਹੇ ਮਸਲੇ ਹੱਲ ਕਰ ਸਕਦੇ ਸੀ ਜਾਂ ਇਹਨਾਂ ਵੱਲ ਇੱਕ ਕਦਮ ਪੁੱਟ ਸਕਦੇ ਸੀ। ਜਥੇਦਾਰ ਸਾਹਿਬ ਨੇ ਇਹੋ ਜਿਹਾ ਕੁਛ ਨਹੀਂ ਕੀਤਾ। ਹੁਣ ਇਹ ਦੱਸ ਰਹੇ ਨੇ ਕਿ ਮੈਂ ਦਬਾਅ ਦੇ ਹੇਠ ਆ ਕੇ ਅਸਤੀਫਾ ਦਿੱਤਾ। ਇਹ ਸਾਰੀ ਦੁਨੀਆ ਨੂੰ ਜ਼ਾਹਰ ਹੈ। ਨਹੀਂ ਤਾਂ ਕੌਣ ਐਸਾ ਬੰਦਾ ਹੈਗਾ ਕਿ ਜਿਹੜਾ ਦਮਦਮਾ ਸਾਹਿਬ ਦੇ ਉੱਤੇ ਦਾ ਕਾਇਮ ਰਹਿਣ ਨੂੰ ਤਿਆਰ ਹੋਵੇ ਤੇ ਲੇਕਿਨ ਅਕਾਲ ਤਖਤ ਨੂੰ ਕਹੇ ਜੀ ਮੈਂ ਅਸਤੀਫਾ ਦਿੰਦਾ, ਮੈਂ ਇੱਥੇ ਨਹੀਂ ਰਹਿਣਾ ਚਾਹੁੰਦਾ। ਜਿਹੜਾ ਛੋਟੇ ਉਹਦੇ ਉੱਤੇ ਕੰਮ ਕਰਨ ਨੂੰ ਤਿਆਰ ਹੈ, ਵੱਡੇ ਦੇ ਉੱਤੇ ਕਿਉਂ ਨਹੀਂ ਕੰਮ ਕਰਨ ਨੂੰ ਤਿਆਰ? ਗੁਰਤੇਜ ਸਿੰਘ ਜੀ ਕਿ ਇਹਨਾਂ ਨੂੰ ਹੁਕਮ ਹੋਇਆ ਸੀਗਾ ਕਿ
ਜਿਹੜੇ ਪ੍ਰਧਾਨ ਹੋਣਗੇ ਅਕਾਲੀ ਦਲ ਦੇ ਉਹ ਪੇਸ਼ ਹੋਣਗੇ ਤੁਹਾਡੇ ਕੋਲੇ ਤੇ ਤੁਸੀਂ ਉਹਨਾਂ ਨੂੰ ਮਾਫ ਕਰ ਦੇਣਾ ਹੈ। ਹੁਣ ਇਹ ਮਾਫ ਕਰ ਦੇਣਾ ਹੈ ਕਿਸ ਵਾਸਤੇ ਮਾਫ ਕਰ ਦੇਣਾ ਹੈ? ਸੁਣਿਆ ਕਿ ਉਹਨਾਂ ਨੇ ਕਿਹਾ ਕਿ ਜੀ ਦੇਖੋ ਮੈਨੂੰ ਦੱਸ ਦਿਓ ਵੀ ਕਿਹੜੀਆਂ ਕਿਹੜੀਆਂ ਤੁਸੀਂ ਕੀ ਕਰਤੂਤਾਂ ਕਰਦੇ ਰਹੇ ਹੋ ਔਰ ਕੀ ਉਸ ਦਾ ਕੀ ਕਾਰਨ ਸੀ, ਇਹ ਸਾਰਾ ਕੁਝ ਪੰਥ ਨੂੰ ਸਮਝਾ ਦਿਓ, ਉਸ ਤੋਂ ਬਾਅਦ ਮੈਂ ਕਰ ਦਿਆਂਗਾ। ਲੇਕਿਨ ਇਹਨਾਂ ਨੇ ਕਿਹਾ ਜੀ ਇਸ ਤੋਂ ਇਹ ਇਸ ਤਰ੍ਹਾਂ ਹੀ ਕਰਨਾ ਪਏਗਾ। ਹੁਣ ਜੇ ਗਿਆਨੀ ਰਘਵੀਰ ਸਿੰਘ ਇਸ ਤਰ੍ਹਾਂ ਕਰਦੇ ਨੇ ਤਾਂ ਇਹਨਾਂ ਦੇ ਉੱਤੇ ਬੜਾ ਲਾਂਛਨ ਆਏਗਾ। ਜੀ ਇੱਕ ਸਵਾਲ ਇਹਨਾਂ ਨੂੰ ਗੁਰਤੇਜ ਸਿੰਘ ਜੀ, ਇੱਕ ਸਵਾਲ ਜਿਹੜਾ ਹੈਗਾ ਬਾਕੀ ਮਹਿਮਾਨਾਂ ਤੋਂ ਵੀ ਆਪਾਂ ਸਵਾਲ ਲੈਣੇ, ਸਮਾਂ ਵੀ ਉਹਨਾਂ ਕੀ ਹੋਏਗਾ। ਸਵਾਲ ਇਹ ਹੈ ਕਿ ਦੇਖੋ ਮਹੇਸ਼ਿੰਦਰ ਗਰੇਵਾਲ ਤੁਸੀਂ ਵੀ ਜਾਣਦੇ ਹੋ, ਸੀਨੀਅਰ ਅਕਾਲੀ ਆਗੂ ਹੈ। ਉਹਨਾਂ ਨੇ ਇਹ ਨਹੀਂ ਕਿ ਵੀ ਕਿਸੇ ਕੋਲ ਵਿਅਕਤੀਗਤ ਤੌਰ 'ਤੇ ਮੀਡੀਆ 'ਚ ਜਾ ਕੇ ਗੱਲ ਕਹੀ ਹੈ ਕਿ ਜਥੇਦਾਰ ਨੇ ਮੈਨੂੰ ਇਹ ਗੱਲ ਕਹੀ ਸੀ ਕਿ ਆਪਾਂ RSS ਦੇ ਖਿਲਾਫ ਬਹੁਤਾ ਬੋਲਣਾ ਨਹੀਂ ਹੈ। ਹੁਣ ਇਹ ਮੁੱਦਾ ਆਪਣੇ ਆਪ 'ਚ ਬਹੁਤ ਵੱਡਾ ਗੱਲ ਹੈਗੀ ਹੈ, ਜਾਂ ਤਾਂ ਇਹ ਜਥੇਦਾਰ ਹੀ ਸਪਸ਼ਟੀਕਰਨ ਦੇ ਸਕਦੇ ਹੈ, ਪਰ ਇਹ ਸਵਾਲ ਜ਼ਰੂਰ ਉੱਠਿਆ ਇਸ ਮਾਮਲੇ 'ਤੇ। ਨਹੀਂ, ਇਸ RSS ਦੇ ਬਾਰੇ ਤਾਂ ਆਪਾਂ ਨੂੰ ਕੋਈ ਸ਼ੱਕ ਨਹੀਂ ਹੈ। ਜਥੇਦਾਰ ਜੋਗਿੰਦਰ ਸਿੰਘ ਵਿਦਾਂਤੀ ਕਹਿ ਚੁੱਕੇ ਨੇ, ਹੁਕਮਨਾਮਾ ਜਾਰੀ ਕਰ ਚੁੱਕੇ ਨੇ ਕਿ ਪੰਥ ਦੀ ਦੁਸ਼ਮਣ ਜਮਾਤ ਹੈ। ਹੁਣ ਉਸ ਤੋਂ ਬਾਅਦ ਤੁਸੀਂ ਕਿਉਂ ਨਹੀਂ ਇਸ ਦੇ ਬਰਖਲਾਫ ਬੋਲਣਾ, ਜਾਂ ਤੁਹਾਨੂੰ ਬਰਖਲਾਫ ਬੋਲਣ ਦੀ ਗੱਲ ਕਿਹੜੀ ਹੈ? ਜਿਹੜਾ ਕੁਝ ਤੁਹਾਡਾ ਪੰਥ ਦਾ ਸਰੋਕਾਰ ਹੋਣਗੇ ਉਹਨਾਂ ਨੂੰ ਕੋਈ ਵੀ ਡੈਮੋਕ੍ਰੈਟਿਕ ਟ੍ਰੈਡੀਸ਼ਨ, ਕੋਈ ਲੋਕ ਰਾਜੀ ਕਦਰਾਂ ਕੀਮਤਾਂ ਉਹਨਾਂ ਨੂੰ ਨਕਾਰ ਨਹੀਂ ਸਕਦੀਆਂ, ਉਹਨਾਂ ਦੇ ਬਰਖਲਾਫ ਨਹੀਂ ਕੁਝ ਕਹਿ ਸਕਦੀਆਂ, ਤੇ ਉਹਨਾਂ ਨੂੰ ਬੋਲਡਲੀ ਲੋਕਾਂ ਦੇ ਸਾਹਮਣੇ ਰੱਖਣਾ ਚਾਹੀਦਾ ਹੈ। ਜੇ RSS ਵਾਲਿਆਂ ਨੂੰ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਉਸ ਨੂੰ ਬੁਲਾਓ ਗੱਲ ਕਰਨ ਵਾਸਤੇ। ਜੇ ਉਹ ਕਹਿੰਦੇ ਨੇ ਕਿ ਜੀ ਇਹ ਸਾਰੇ ਸਿੱਖ ਹਿੰਦੂ ਹੋਣਗੇ, ਜੋ ਸਾਡੇ ਗੁਰੂ ਸਾਹਿਬ ਕਹੀ ਜਾਂਦੇ ਆ ਵੀ ਅਸੀਂ ਹਿੰਦੂ ਨਹੀਂ ਹਾਂ, ਨਾ ਹਮ ਹਿੰਦੂ ਨਾ ਮੁਸਲਮਾਨ, ਤਾਂ ਫਿਰ ਇਹ ਸਾਨੂੰ ਥੋੜਾ ਦੱਸਣਗੇ ਵੀ ਅਸੀਂ ਕੀ ਹਾਂ ਤੇ ਕੀ ਨਹੀਂ ਹਾਂ। ਇਸ ਦੇ ਕੋਈ ਰੈਸ਼ਨਲ ਇਹਨਾਂ ਨੂੰ ਆਧਾਰ ਲੱਭਣਾ ਚਾਹੀਦਾ ਸੀ, ਔਰ ਪੰਥ ਦੇ ਵਿੱਚ ਸਾਰਥਕ ਬਹਿਸ ਤੋਰਨੀ ਚਾਹੀਦੀ ਸੀ ਤਾਂ ਕਿ ਸਦਾ ਵਾਸਤੇ ਇਹ ਗੱਲਾਂ ਸਪਸ਼ਟ ਹੋ ਜਾਣ। ਥੈਂਕ ਯੂ ਵੈਰੀ ਮਚ। ਡਰ ਕੇ ਭੱਜਣ ਦੀ ਕੋਈ ਲੋੜ ਨਹੀਂ ਸੀ। ਬਿਲਕੁਲ, ਥੈਂਕ ਯੂ ਵੈਰੀ ਮਚ। ਪੁਲਿਸ ਸਾਹਿਬ, ਇੱਕ ਸਵਾਲ ਜਿਹੜਾ ਹੈਗਾ, ਕਿਉਂਕਿ ਇਹ ਮੁੱਦਾ ਜਦੋਂ ਅਕਾਲ ਤਖ਼ਤ ਦੇ ਜਥੇਦਾਰ ਦਾ ਮਾਮਲਾ ਆਉਂਦਾ ਹੈ ਉੱਦਾਂ ਹੀ ਨਾਜ਼ੁਕ ਮਾਮਲਾ, ਵੱਡਾ ਮਾਮਲਾ ਹੈ ਸਿੱਖ ਭਾਈਚਾਰੇ ਦੇ ਲਈ। ਅਕਾਲ ਤਖ਼ਤ ਦੇ ਜਥੇਦਾਰ ਦਾ ਇਹ ਕਹਿਣਾ ਕਿ ਮੈਂ ਦਬਾਅ ਹੇਠਾਂ ਆ ਕੇ ਜਾਂ ਇਸ ਤਰ੍ਹਾਂ ਜਿਹੜਾ ਅਸਤੀਫਾ ਦਿੱਤਾ, ਫਿਰ ਉਹਨਾਂ ਨੇ ਅਕਾਲੀ ਦਲ ਦੇ ਕਿਸੇ ਆਗੂਆਂ ਦੇ ਖਿਲਾਫ ਵੀ ਟਿੱਪਣੀ ਕੀਤੀ ਹੈ। RSS ਦਾ ਮਾਮਲਾ ਵੀ ਉਹਨਾਂ ਦੇ ਬਾਰੇ ਚਾਰ ਹੈ ਕਿ ਉਹਨਾਂ ਨੇ ਕਿਹਾ ਕਿ ਇੱਦਾਂ ਦੀ ਗੱਲ ਨਾ ਕਹੋ, ਅਤੇ ਇਹ ਵੀ ਜਥੇਦਾਰ ਦਾ ਕਹਿਣਾ ਕਿ ਮੈਂ ਅਗਲਾ ਜਿਹੜਾ ਅਹੁਦਾ ਜਾਂ ਜ਼ਿੰਮੇਵਾਰੀ ਉਹ ਵੀ ਜੇ ਕਹਿਣਗੇ ਤਾਂ ਛੱਡਣ ਨੂੰ ਤਿਆਰ ਹੈ। ਲੱਗਦਾ ਨਹੀਂ ਕਿ ਵਿਵਾਦਿਤ ਮਾਮਲਾ ਨਹੀਂ ਉੱਠਣਾ ਚਾਹੀਦਾ ਜਿਸ ਢੰਗ ਨਾਲ ਉਸ ਉੱਚੇ ਅਹੁਦੇ 'ਤੇ ਰੁਤਬੇ 'ਤੇ ਬੈਠੇ ਜੋ ਉਹਨਾਂ ਵੱਲੋਂ ਕਿਹਾ ਗਿਆ। ਦੇਖੋ ਸਿੱਧੂ ਸਾਹਿਬ, ਗੱਲ ਇਸ ਤਰ੍ਹਾਂ ਹੈਗੀ ਹੈ ਕਿ ਬਹੁਤ ਹੀ ਜਿਹੜਾ ਆਪਾਂ ਕਹਿੰਦੇ ਕਿ ਸਾਡਾ ਸਭ ਤੋਂ ਅਹਿਮ ਜਿਹੜਾ ਅਹੁਦਾ ਹੈਗਾ ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇ। ਜੀ ਬਿਲਕੁਲ ਸਹੀ। ਮੈਂ ਉਹਨਾਂ 'ਤੇ ਕੋਈ ਟਿੱਪਣੀ ਨਹੀਂ ਕਰ ਸਕਦਾ ਕਿਉਂਕਿ ਮੈਂ ਉਸ ਲੈਵਲ ਤੋਂ ਬਹੁਤ ਥੱਲੇ ਹਾਂ। ਲੇਕਿਨ ਅਫਸੋਸ ਹੁੰਦਾ ਹੈ ਕਿ ਜਦੋਂ ਇੰਨੇ ਵੱਡੇ ਥਾਂ 'ਤੇ ਤੁਸੀਂ ਬੈਠ ਕੇ ਔਰ ਜਦੋਂ ਉੱਥੋਂ ਦੀ ਤੁਸੀਂ ਜਾਂਦੇ ਹੋ ਤੇ ਉਹਦੀ ਜਿਹੜੀ ਗਰਿਮਾ ਹੈਗੀ ਹੈ ਸਾਨੂੰ ਘੱਟੋ ਘੱਟ ਰੱਖਣੀ ਚਾਹੀਦੀ ਹੈ। ਫਿਰ ਉੱਤੇ ਕਿੰਤੂ ਪਰੰਤੂ ਨਹੀਂ ਹੋਣੀ ਚਾਹੀਦੀ ਵੀ ਉੱਥੇ ਕੀ ਨਹੀਂ ਹੋਇਆ ਜਾਂ ਕੀ ਕਰਨਾ ਸੀਗਾ ਜਾਂ ਕੀ ਨਹੀਂ ਕੀਤਾ ਗਿਆ, ਕਿਉਂਕਿ ਉਹਦੇ ਨਾਲ ਜਿਹੜੇ ਆਉਣ ਵਾਲਾ ਜਥੇਦਾਰ ਸਾਹਿਬ ਨੇ ਜਾਂ ਜਿਹੜੇ ਆਉਣ ਵਾਲਾ ਸਮਾਂ ਹੈ ਉਹ ਫਿਰ ਡਾਊਨ ਕਰਦਾ ਉਹਦੀ ਮਰਿਆਦਾ ਨੂੰ, ਉਸ ਤਖਤ ਦੀ ਜਿਹੜੀ ਇੱਕ ਅਹਿਮੀਅਤ ਹੈਗੀ ਹੈ ਉਹਨੂੰ। ਮਤਲਬ ਇਸ ਚੀਜ਼ 'ਤੇ ਅਫਸੋਸ ਹੁੰਦਾ ਹੈ, ਹੋਰ ਕੁਝ ਨਹੀਂ। ਮੈਂ ਉਹਨਾਂ ਦੇ ਆਪਣੇ ਵਿਚਾਰ ਨੇ ਜੋ ਵੀ ਕਹੇ ਹੋਣ, ਲੇਕਿਨ ਮੈਂ ਦੂਜੇ ਪਾਸੇ ਗੱਲ ਕਹੂੰਗਾ ਕਿ RSS 'ਤੇ ਆਪਣਾ ਕੁੰਡਾ ਸੁੱਟ ਕੇ ਰੱਖਦੀ ਹੈ। ਉਹਨੂੰ ਤੇ ਮੱਛੀਆਂ ਫਸਾਉਣੀਆਂ ਨੇ, ਉਹਨਾਂ ਨੇ ਕਿਸ ਤਰੀਕੇ ਨਾਲ ਫਸਾਉਣੀਆਂ ਨੇ ਉਹਨਾਂ ਨੂੰ ਤਰੀਕਾ ਪਤਾ ਹੈ। ਜਿਹੜਾ ਮਾੜਾ ਮੋਟਾ ਕਿਤੇ ਇੱਧਰ ਉੱਧਰ ਹੁੰਦਾ ਹੈ, ਭਾਵੇਂ ਉਹ ਬੀਬੀ ਜਗੀਰ ਕੌਰ ਸੀਗੇ, ਭਾਵੇਂ ਢੀਂਡਸਾ ਸਾਹਿਬ ਹੋਣ, ਭਾਵੇਂ ਉਹ ਚਰਨਜੀਤ ਅਟਵਾਲ ਹੋਣ ਜਾਂ ਹੋਰ ਲੀਡਰ ਹੋਣ, ਕਿਉਂਕਿ ਅਸੀਂ ਉਹਨਾਂ ਸਭਾ ਦੇ ਵਿੱਚ ਵੇਖਿਆ ਕੀ ਹੁੰਦਾ ਕੀ ਹੈ। ਜਿਸ ਕਰਕੇ ਸਿੱਖ ਸੰਗਤ ਬਣਾਈ ਗਈ, ਬਹੁਤ ਸਾਰੇ ਜਿਹੜੇ ਬਾਹਰਲੇ ਸਿੱਖ ਨੇ ਉਹਨਾਂ ਨੂੰ ਉਸ ਸਿੱਖ ਸੰਗਤ ਦੇ ਵਿੱਚ ਇਨਵੋਲਵ ਕੀਤਾ ਗਿਆ। ਉਸੇ ਤਰੀਕੇ ਨਾਲ ਉਹ ਕੰਡੇ ਦੇ ਵਿੱਚ ਜਿਹੜਾ ਉਹਨਾਂ ਨੇ ਸੁੱਟਿਆ ਹੋਇਆ ਸੀਗਾ ਉਹ 'ਚ ਢੀਂਡਸਾ ਸਾਹਿਬ ਵੀ ਫਸੇ ਨੇ, ਉਹ ਚਰਨਜੀਤ ਅਟਵਾਲ ਵੀ ਫਸੇ ਨੇ, ਬੀਬੀ ਜਗੀਰ ਕੌਰ ਜੀ ਜਿਹੜਿਆਂ ਨੇ SGPC ਦੇ ਪ੍ਰਧਾਨ ਰਹੇ, ਜਿਹੜੇ ਆਪਣੇ ਆਪ ਨੂੰ ਪੰਥਕ ਹਲਕਿਆਂ ਦੇ ਵਿੱਚ ਆਪਣੇ ਆਪ ਨੂੰ ਸਭ ਤੋਂ ਉੱਚ ਉਹ ਦੱਸਦੇ ਨੇ, ਜਿਨ੍ਹਾਂ ਨੇ ਆ ਪ੍ਰਧਾਨ ਬਣਨ ਦੇ ਉੱਤੇ ਇੰਨੇ ਕਿੰਤੂ ਪਰੰਤੂ ਕੀਤੀ ਹੋਵੇ, ਜਿਹੜੇ ਅਕਾਲੀ ਦਲ ਦੇ ਮੰਤਰੀ ਵੀ ਰਹੇ ਹੋਣ ਔਰ ਅਕਾਲੀ ਦਲ ਨੇ ਜਿੰਨਾ ਮੈਕਸਿਮਮ ਉਹਨਾਂ ਨੂੰ ਮਿਲ ਸਕਦਾ ਹੀ ਦਿੱਤਾ ਹੋਵੇ, ਚਾਹੇ ਉਹ ਕਹਿੰਦੇ ਵੀ ਲਿਫਾਫੇ ਵਿੱਚ ਨਿਕਲਦੇ ਨੇ, ਉਹ ਵੀ ਲਿਫਾਫੇ 'ਚ ਨਿਕਲੇ ਹੋਣਗੇ, ਪਰ ਉਸ ਕੰਡੇ 'ਚ ਵਿੱਚ ਉਹ ਵੀ ਫਸ ਗਏ।
ਔਰ ਉਹ ਬੀਜੇਪੀ ਦੀ ਬੋਲੀ ਬੋਲਣੀ ਸ਼ੁਰੂ ਕਰਤੀ, ਸੰਘ ਦੀ ਬੋਲੀ ਉਹਨਾਂ ਨੇ ਬੋਲਣੀ ਸ਼ੁਰੂ ਕਰਤੀ। ਜਿਸ ਤਰੀਕੇ ਨਾਲ ਉਹਨਾਂ ਨੇ ਜਲੰਧਰ ਦੇ ਵਿੱਚ ਵੀ ਜਿਹੜੀ ਹਮਾਇਤ ਕੀਤੀ, ਚੁੱਪ ਕਰਕੇ ਘਰੇ ਬਹਿ ਜਾਂਦੇ, ਅਲੱਗ ਗੱਲ ਸੀਗੀ, ਲੇਕਿਨ ਹਮਾਇਤ ਨਹੀਂ ਕਰਨੀ ਚਾਹੀਦੀ ਸੀਗੀ ਉਹਨਾਂ ਸਫ਼ਿਆਂ ਦੇ ਵਿੱਚ ਜਿਨ੍ਹਾਂ ਵਾਸਤੇ ਜਥੇਦਾਰ ਅਕਾਲ ਤਖਤ ਸਾਹਿਬ ਨੇ ਇਹ ਕਿਹਾ ਹੋਵੇ ਵੀ ਇਹ ਜਿਹੜੀ ਜਮਾਤ ਹੈ ਇਹ ਸਾਡੇ ਪੰਥ ਦੀ ਦੁਸ਼ਮਣ ਜਮਾਤ ਹੈ, ਫਿਰ ਉਹਨਾਂ ਨੂੰ ਜਾ ਕੇ ਤੁਸੀਂ ਸਾਥ ਦਿਓ। ਮਤਲਬ ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਉਹਨਾਂ ਅਹੁਦਿਆਂ ਨੂੰ, ਉਸ ਮਾਣ ਮਰਿਆਦਾ ਨੂੰ ਨੀਵਾਂ ਕਰਦੀਆਂ ਨੇ ਜਦੋਂ ਆਪਾਂ ਉਹਨਾਂ ਤੇ ਰਹਿ ਕੇ ਤੇ ਉਸ ਤੋਂ ਬਾਅਦ ਉਸੇ ਜਗ੍ਹਾ ਵਾਸਤੇ, ਉਸ ਕੁਰਸੀ ਵਾਸਤੇ ਜਾਂ ਉਸ ਅਹੁਦੇ ਵਾਸਤੇ ਜਾਂ ਉਸ ਤਖਤ ਵਾਸਤੇ ਗਲਤ ਸ਼ਬਦਾਵਲੀ ਯੂਜ਼ ਕਰਦੇ ਆ, ਉਹਨੂੰ ਨੀਵਾਂ ਕਰਨ ਦੀ ਕੋਸ਼ਿਸ਼ ਕਰਦੇ ਆ। ਮੈਨੂੰ ਲੱਗਦਾ ਹੈ ਵੀ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ। ਮੈਂ ਜਥੇਦਾਰ ਸਾਹਿਬ ਦੇ ਬਰਾਬਰ ਨਹੀਂ ਹੈ, ਬਹੁਤ ਥੱਲੇ ਹੈ, ਲੇਕਿਨ ਜਥੇਦਾਰ ਬਹੁਤ ਉੱਪਰ ਨੇ, ਸਿਆਣੇ ਨੇ, ਪੜ੍ਹੇ ਲਿਖੇ ਨੇ, ਪਰ ਉਹਨਾਂ ਨੂੰ ਕਿਤੇ ਨਾ ਕਿਤੇ ਜੇ ਆਪਾਂ ਕਹਿੰਦੇ ਅਸੀਂ ਅਕਾਲ ਤਖਤ ਦੇ ਜਾਂ ਅਸੀਂ ਪੰਥ ਦੇ ਹਿਤੈਸ਼ੀ ਹੈ ਤੇ ਫਿਰ ਇਹੋ ਜਿਹੀ ਚੀਜ਼ ਜਿਹੜੀ ਹੈ ਬਾਹਰ ਨਹੀਂ ਹੋਣੀ ਚਾਹੀਦੀ, ਉਹ ਘਰ 'ਚ ਬਹਿ ਕੇ ਨਜਿੱਠ ਲੈਣੀ ਚਾਹੀਦੀ ਹੈ। ਇਹਦੇ ਨਾਲ ਜਿਹੜਾ ਬਾਹਰ ਜਦੋਂ ਜਾਂਦੀ ਹੈ ਤੇ ਜਿਹੜੇ ਬਾਹਰਲੇ ਦੂਸਰੇ ਲੋਕ ਨੇ, ਜਿਹੜੀਆਂ ਮੈਂ ਦੱਸਿਆ ਵੀ ਕੁੰਡਾ ਸੁੱਟਣ ਵਾਲੇ ਨੇ, ਉਹ ਕੁੰਡਾ ਸੁੱਟ ਕੇ ਨਾਲ ਦੇ ਫਸਾ ਲੈਂਦੇ। ਬਰਾਗੀ ਸਾਹਿਬ, ਜਿੱਦਾਂ ਵੱਡੇ ਮੁੱਦਿਆਂ ਦੀ ਆਪਾਂ ਗੱਲ ਕਰ ਰਹੇ ਹਾਂ, ਪੰਥਕ ਮੁੱਦੇ ਨਾਲ ਜੁੜੇ, ਆਪਾਂ ਸ਼ੁਰੂ 'ਚ ਗੱਲ ਕਹੀ ਹੈ ਕਿ ਗੈਰ ਰਾਜਸੀ ਬਹਿਸ ਹੈ, ਪੰਥਕ ਧਿਰਾਂ ਦੇ ਬੁਲਾਰੇ ਜਾਂ ਉਹਨਾਂ ਨਾਲ ਸੰਬੰਧ ਰੱਖਦੇ ਜਿਹੜੇ ਹੈਗੇ ਆਪਣੇ ਹਸਤੀਆਂ ਜਿਹੜੀਆਂ ਉਹੀ ਆਪਾਂ ਉਹਨਾਂ ਨੂੰ ਬੇਨਤੀ ਕਰਕੇ ਇਹਨਾਂ ਮੁੱਦਿਆਂ ਤੇ ਲਿਆਂਦਾ ਹੈ। ਬਰਾਗੀ ਜੀ, ਇਸ ਮਾਮਲੇ ਤੇ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਸਿੰਘ ਸਾਹਿਬਾਨ ਬਾਰੇ ਵੀ ਇੱਦਾਂ ਦਾ ਮਾਮਲਾ ਉੱਠਣਾ ਜਾਂ ਵਿਵਾਦ ਉੱਠਣਾ, ਉਹ ਵੀ ਕੋਈ ਆਪਣੇ ਆਪ 'ਚ ਕੋਈ ਛੋਟੀ ਗੱਲ ਨਹੀਂ, ਚਿੰਤਾ ਦਾ ਕਾਰਨ ਹੈ। ਕਿਉਂਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਅਕਾਲ ਤਖਤ ਮਹਾਨ ਹੈ, ਸਿੱਖ ਕੌਮ ਦੀ ਸ਼ਾਨ ਹੈ, ਤੇ ਉਹਨਾਂ ਦੀ ਜਿਹੜੀ ਅਗਵਾਈ ਕਰਨ ਵਾਲੇ ਹੈ ਉਹਨਾਂ ਬਾਰੇ ਇੱਦਾਂ ਦੇ ਸਵਾਲ ਉੱਠਣ, ਫਿਰ ਚਿੰਤਾ ਦਾ ਕਾਰਨ ਤਾਂ ਬਣਦਾ ਹੀ ਹੈ। ਬਰਾਗੀ ਜੀ, ਮੈਂ ਬਿਲਕੁਲ ਵੀ ਚਿੰਤਾ ਦਾ ਕਾਰਨ ਦੇ ਨਾਲ ਨਾਲ ਦੂਜਿਆਂ ਨੂੰ ਉਂਗਲ ਉਠਾਉਣ ਦਾ ਕਾਰਨ ਵੀ ਬਣਦਾ ਵਾ। ਦੇਖੋ ਹਿੰਦੁਸਤਾਨ ਦੇ ਵਿੱਚ ਕਾਫੀ ਧਰਮ ਪਾਏ ਜਾ ਰਹੇ ਆ। ਜੇ ਤਾਂ ਦੇਖੋ ਜਥੇਦਾਰ ਸਾਹਿਬ ਦੀ ਜਿਹੜੀ ਹੈਗੀ ਇੱਕ ਅਪੁਆਇੰਟਮੈਂਟ ਜਾਂ ਉਹਨਾਂ ਦੀ ਇੱਕ ਪੋਸਟ, ਜੇ ਤਾਂ ਉਹ ਪੋਲੀਟੀਕਲ ਪੋਸਟ ਹੈਗੀ ਆ, ਜਥੇਦਾਰ ਸਾਹਿਬ ਕੁਝ ਵੀ ਕਹਿ ਸਕਦੇ ਨੇ, ਉਹਨਾਂ ਦੇ ਬਾਰੇ ਹੀ ਕੁਝ ਵੀ ਕਿਹਾ ਜਾ ਸਕਦਾ ਵਾ। ਜੇ ਉਹਨਾਂ ਦੀ ਧਾਰਮਿਕ ਪੋਸਟ ਹੈਗੀ ਆ, ਧਰਮ ਨੂੰ ਉੱਪਰ ਚੱਕਣ ਦੀ ਗੱਲ ਹੈਗੀ ਆ, ਗੁਰਬਾਣੀ ਦੀਆਂ ਟੀਚਿੰਗਸ ਨੂੰ ਘਰ ਘਰ ਦੀ ਪਹੁੰਚਾਉਣ ਦੀ ਗੱਲ ਹੈਗੀ ਆ, ਤਾਂ ਮੈਨੂੰ ਲੱਗਦਾ ਜਥੇਦਾਰ ਸਾਹਿਬ ਨੂੰ ਜਾਂ ਕਿਸੇ ਨੂੰ ਵੀ ਨਹੀਂ ਬੋਲਣਾ ਚਾਹੀਦਾ ਸੀਗਾ। ਜਿੰਨੀ ਕੁ ਸੇਵਾ ਉਹਨਾਂ ਦੇ ਲੇਖੇ ਆਈ ਉਹਨਾਂ ਨੇ ਉਨੀ ਕੁ ਕਰਤੀ, ਤੇ ਜੋ ਵੀ ਹੈ ਪ੍ਰੋਸੀਜਰ ਕੀ ਆ ਮੈਂ ਉਧਰ ਨਹੀਂ ਜਾਊਂਗਾ। ਹਾਂ, ਜਿੱਥੋਂ ਤੱਕ ਉਹਨਾਂ ਦੇ ਟੈਨਿਓਰ ਦੀ ਗੱਲ ਆ, ਚੰਗਾ ਰਿਹਾ ਮਾੜਾ ਰਿਹਾ, ਤਾਂ ਮੈਂ ਦੇਖੋ ਕੋਈ ਨਵੇਕਲੀ ਗੱਲ ਨਹੀਂ ਹੋਈ। ਪੰਜਾਬ ਦੇ ਵਿੱਚ ਨਸ਼ਿਆਂ ਦਾ ਵਾਧਾ ਹੋਇਆ, ਪੰਜਾਬ ਦੇ ਐਜੂਕੇਸ਼ਨ ਸਿਸਟਮ ਵਿੱਚ ਕੋਈ ਬੜਾ ਸੁਧਾਰ ਨਹੀਂ ਹੋਇਆ, ਪੰਜਾਬ ਦੇ ਮੈਡੀਕਲ ਦੇ ਵਿੱਚ ਕੋਈ ਬੜਾ ਸੁਧਾਰ ਨਹੀਂ ਹੋਇਆ। ਐਸਜੀਪੀਸੀ ਕਰ ਸਕਦੀ ਸੀਗੀ। ਤੇ ਜਿੱਥੋਂ ਤੱਕ ਲਾਅ ਐਂਡ ਆਰਡਰ ਦੀ ਗੱਲ ਹੈਗੀ ਆ, ਦੇਖੋ ਵੱਡੇ ਇੰਸੀਡੈਂਟਸ 2015 ਦੇ ਵਿੱਚ ਜਿਹੜੇ ਹੋਏ ਆ, ਉਸ ਨੂੰ ਲੈ ਕੇ ਕਿਸੇ ਪੰਜਾਬ ਦੇ ਰੀਜਨਲ ਲੀਡਰ ਦਾ ਹੋ ਜਾਣਾ, ਕੋਰਟ ਵਿੱਚ ਸਮਨਿੰਗ ਹੋ ਜਾਣੀ, ਪਹੁੰਚ ਜਾਣਾ, ਉਹ ਸਮੇਂ ਦੌਰਾਨ ਐਸਜੀਪੀਸੀ ਜਾਂ ਜੋ ਵੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਇੱਕ ਪੀਸ ਨੂੰ ਮੇਨਟੇਨ ਰੱਖਣਾ ਜਾਂ ਉਹੋ ਜਿਹੀ ਕੋਈ ਗੜਬੜੀ ਜਾਂ ਕੋਈ ਉਹੋ ਜਿਹਾ ਹੋਸ਼ਾਪਣ ਨਾ ਹੋਣਾ, ਮੈਨੂੰ ਲੱਗਦਾ ਇਹ ਕ੍ਰੈਡਿਟ ਇੱਕ ਉਹਨਾਂ ਨੂੰ ਜਾਂਦਾ। ਤੇ ਬਾਕੀ ਕੋਈ ਬਾਹਲਾ ਫਰਕ ਨਹੀਂ ਪਿਆ। ਸਿਰ ਸਾਹਿਬ ਫਰਮ ਦਾ ਕੋਰ ਆਫ ਹਾਰਟ ਜੇ ਮੈਂ ਬੋਲਾਂ ਤਾਂ ਪੰਜਾਬੀਆਂ ਦੇ ਸਿਰਾਂ ਤੋਂ ਪੱਗਾਂ ਦੀ ਗਿਣਤੀ ਘਟੀ ਆ, ਵਧੀ ਨਹੀਂ ਗਈ। ਮਾਫ ਕਰ ਦਿਓ। ਬਿਲਕੁਲ ਬਿਲਕੁਲ, ਬਹੁਤ ਵੱਡਾ ਭਾਵਕ ਸਵਾਲ ਵੀ ਹੈ ਤੇ ਜਵਾਬ ਵੀ ਹੈ। ਭੁੱਲਰ ਸਾਹਿਬ, ਮੈਂ ਇੱਕ ਚੀਜ਼ ਬਸ ਐਡ ਕਰਨੀ ਚਾਹੁੰਦਾ ਸੀਗਾ ਕਿ ਜਦੋਂ ਸਾਰਾ ਪੰਥ ਇਹ ਚਾਹੁੰਦਾ ਹੋਵੇ ਵੀ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ, ਸਾਰੇ ਸਿੱਖ ਜਗਤ ਇਹ ਚਾਹੁੰਦਾ ਹੋਏ ਕਿ NSA ਜਿਹੜੀ ਹੈ ਸਿੱਖ ਨੌਜਵਾਨਾਂ ਦੇ ਬਾਰ-ਬਾਰ ਜਿਹੜਾ ਹੈ ਉਹ ਤਲਵਾਰ ਲਟਕਦੀ ਹੈ ਔਰ ਉਹਨਾਂ ਨੂੰ ਲਾਈ ਜਾਂਦੀ ਹੈ, ਉਹ ਨਹੀਂ ਲੱਗਣੀ ਚਾਹੀਦੀ ਹੈਗੀ। ਤੇ ਫਿਰ ਜਿਹੜੇ ਉਸ ਚੀਜ਼ ਦੇ ਕਲਪਰੇਟ ਹੋਣ, ਅਸੀਂ ਉਹਨਾਂ ਦੇ ਦਿਨ ਤਿਉਹਾਰਾਂ ਦੇ ਉੱਤੇ ਜਾ ਕੇ ਸ਼ਾਮਲ ਹੋਈਏ ਔਰ ਥੱਲੇ ਲੱਗ ਕੇ ਸ਼ਾਮਲ ਹੋਈਏ, ਤੇ ਮੈਨੂੰ ਲੱਗਦਾ ਹੈ ਵੀ ਕਿਤੇ ਨਾ ਕਿਤੇ ਆਪਾਂ ਉਸ ਜਿਹੜਾ ਸਨਮਾਨ ਹੈ ਉਸ ਤਖਤ ਦਾ, ਉਹਨੂੰ ਹੀ ਨੀਵਾਂ ਕਰਦੇ ਹਾਂ। ਔਰ ਉਹ ਮੈਨੂੰ ਲੱਗਦਾ ਕਿ ਇਹੀ ਇੱਕ ਵਜ੍ਹਾ ਰਹੀ ਹੈ ਜਿਹਦਾ ਕਰਕੇ ਜਥੇਦਾਰ ਸਾਹਿਬ ਨੂੰ ਜਾਣਾ ਪਿਆ। ਅਦਰਵਾਈਜ਼ ਉਸ ਤੋਂ ਪਹਿਲਾਂ ਸਭ ਕੁਝ ਸਮੂਥ ਸੀਗਾ, ਉਸ ਤੋਂ ਬਾਅਦ ਵੀ ਸੀਗਾ। ਔਰ ਜਿਹੜੀ ਉਹ ਇੱਕ ਚੀਜ਼ ਹੋਈ ਜਿਸ 'ਚ ਦੇਖਿਆ ਗਿਆ ਵੀ CM ਤੇ ਗੱਡੀ ਚੜ੍ਹ ਕੇ ਅੰਦਰ ਤੱਕ ਜਾ ਰਹੇ ਆ ਤੇ ਜਥੇਦਾਰ ਸਾਹਿਬ ਸੜਕ ਦੇ ਉੱਤੇ ਤੁਰੇ ਆਉਂਦੇ ਆ, ਤੇ ਉਹ ਜਿਹੜੇ ਕਮੈਂਟ ਸੀਗੇ ਉੱਥੇ ਜਿਹੜੇ ਪੱਤਰਕਾਰ ਸੀ ਉਹਨਾਂ ਦੇ, ਉਹ ਕੋਈ ਬਹੁਤ ਜ਼ਿਆਦਾ ਮਤਲਬ ਇੱਜ਼ਤ ਦੇਣ ਵਾਲੇ ਕਮੈਂਟ ਨਹੀਂ ਸੀਗੇ, ਜੀ ਸ਼ੋਭਾ ਨਹੀਂ ਦਿੰਦੇ ਸੀਗੇ। ਤੇ ਉਹ ਕਿਤੇ ਨਾ ਕਿਤੇ ਉਸ ਟਾਈਮ ਦੇ ਉੱਤੇ ਉਸ ਮਰਿਆਦਾ ਦੀ, ਉਸ ਅਹੁਦੇ ਦੀ, ਉਸ ਤਖਤ ਦੀ ਜਿਹੜੀ ਗਰਿਮਾ ਸੀ ਉਹ ਘਟੀ ਹੈ। ਔਰ ਸਿੱਖ ਜਗਤ ਦੇ ਵਿੱਚ ਉਸ ਚੀਜ਼ ਦਾ ਵਿਰੋਧ ਵੀ ਸੀ ਕਿ ਜਿਨ੍ਹਾਂ ਲੋਕਾਂ ਨੇ ਇਹ ਕੰਮ ਕੀਤੇ ਹੋਣ, ਜਿਹੜੇ ਦਵਿੰਦਰ ਭੁੱਲਰ ਜਿਹੜੇ ਨੇ ਉਹਨਾਂ ਦੀ ਰਿਹਾਈ ਦੇ ਉੱਤੇ ਅੜਿੱਕਾ ਲਾਉਂਦੇ ਹੋਣ, ਜਿਹੜੇ NSA ਲਾਉਂਦੇ ਹੋਣ, ਜਿਨ੍ਹਾਂ ਨੇ ਹਾਲਾਤ ਖਰਾਬ ਕੀਤੇ ਹੋਣ ਪੰਜਾਬ ਦੇ ਵਿੱਚ, 450-500 ਨੌਜਵਾਨਾਂ ਨੂੰ ਚੱਕ ਕੇ ਉਹਨਾਂ ਨੇ ਅੰਦਰ ਕਰ ਦਿੱਤਾ ਹੋਵੇ, ਤੇ ਅੱਜ ਅਸੀਂ ਉਹਨਾਂ ਦੇ ਜਾ ਕੇ ਦਿਨ ਤਿਉਹਾਰਾਂ ਦੇ ਉੱਤੇ ਜਾਈਏ, ਆਪਾਂ ਕਿਤੇ ਨਾ ਕਿਤੇ ਸਾਨੂੰ ਲਾਈਨ ਖਿੱਚਣੀ ਪਊਗੀ ਜਦੋਂ ਅਸੀਂ ਉਸ ਅਹੁਦੇ ਤੇ ਹੋਵਾਂਗੇ। ਥੈਂਕ ਯੂ ਸਰਗੁਰਤੇਜ ਸਿੰਘ ਜੀ, ਜਿੱਦਾਂ ਆਪਾਂ ਜਿਨ੍ਹਾਂ ਮੁੱਦਿਆਂ ਦੀ ਗੱਲ ਕਰਦੇ ਹਾਂ, ਜ਼ਿਕਰ ਕਰ ਰਹੇ ਹਾਂ, SGPC ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਜੇ ਗੁਰਬਾਣੀ ਪ੍ਰਸਾਰਨ ਦੇ ਮਾਮਲੇ ਨੂੰ ਲੈ ਕੇ
ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਇੰਨੇ ਹੀ ਸੰਜੀਦਾ ਜਾਂ ਫਿਕਰਮੰਦ ਸੀ, ਉਹ ਕਹਿੰਦੇ ਚੰਗਾ ਹੁੰਦਾ ਕਿਤੇ ਬੰਦੀ ਸਿੰਘਾਂ ਦੇ ਰਿਹਾਈ ਦੇ ਮੁੱਦੇ ਤੇ ਵੀ ਮਤਾ ਪਾ ਦਿੱਤਾ ਜਾਂਦਾ ਤਾਂ ਸਮਝ ਲੱਗਦੀ ਹੈ, ਕਿਉਂਕਿ ਸਿੱਧੇ ਤੌਰ ਤੇ ਚਾਹੇ ਦਿੱਲੀ ਸਰਕਾਰ ਆ ਪੰਜਾਬ ਸਰਕਾਰ ਹੈ, ਇਹਨਾਂ ਵੱਲੋਂ ਉਹਨਾਂ ਪ੍ਰਤੀ ਜਿਹੜਾ ਆਵਾਜ਼ ਉਠਾਉਣੀ ਉਹਦਾ ਲਾਹਾ ਉਹਨਾਂ ਨੂੰ ਮਿਲ ਸਕਦਾ ਹੈ, ਜਿਹੜੇ ਇਸ ਵੇਲੇ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਇਸ ਸਿਸਟਮ ਦਾ ਸ਼ਿਕਾਰ ਹੋ ਕੇ ਜੇਲ੍ਹਾਂ 'ਚ ਨਜ਼ਰਬੰਦ ਹੈ। ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ? ਕਿਉਂਕਿ ਜੇ ਇਹਨਾਂ ਮਾਮਲਿਆਂ ਦੀ ਗੱਲ ਕਰਦੇ ਹਾਂ ਤਾਂ ਫਿਰ ਪੰਜਾਬ ਵਿਧਾਨ ਸਭਾ ਬੰਦੀ ਸਿੰਘਾਂ ਦੀ ਰਿਹਾਈ ਤੇ ਕਿਉਂ ਚੁੱਪ ਰਹੀ? ਇਹ ਬੜਾ ਗੁੰਝਲਦਾਰ ਮਸਲਾ ਹੈਗਾ। ਅਸਲ ਦੇ ਵਿੱਚ ਜੇ ਆਪਾਂ ਇਹ ਦੇਖੀਏ ਕਿ ਪੰਜਾਬ ਸਰਕਾਰ ਦਾ ਕੁਝ ਮਤਭੇਦ ਹੈ ਕੇਂਦਰ ਦੀ ਸਰਕਾਰ ਨਾਲ, ਤਾਂ ਮੈਨੂੰ ਇਸ ਤਰ੍ਹਾਂ ਦਾ ਕੁਝ ਨਹੀਂ ਜਾਪਦਾ। ਜੀ ਬਿਲਕੁਲ। ਇਹ ਸਾਰੀਆਂ ਸਰਕਾਰਾਂ ਜਿਸ ਵੇਲੇ ਸਿੱਖਾਂ ਦਾ ਕੋਈ ਮਸਲਾ ਆਉਂਦਾ ਹੈ, ਚਾਹੇ ਕਿਸੇ ਸਟੇਟ ਦੀਆਂ ਹੋਣ ਕਿਸੇ ਪਾਰਟੀ ਦੀਆਂ ਹੋਣ, ਆਪਸ ਦੇ ਵਿੱਚ ਮਿਲ ਜਾਂਦੀਆਂ ਨੇ ਤੇ ਇੱਕ ਸਿੱਖਾਂ ਦਾ ਮਸਲਾ ਹੱਲ ਕਰਨ ਵਾਸਤੇ ਇਹ ਸਾਹਮਣੇ ਨਹੀਂ ਆਉਂਦੀਆਂ। ਤੁਸੀਂ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦੀ ਗੱਲ ਕੀਤੀ ਹੈ, ਬਿਲਕੁਲ ਨਿਰਦੋਸ਼ ਆਦਮੀ ਹੈ, ਉਸਨੇ ਕਦੇ ਕੁਝ ਨਹੀਂ ਕੀਤਾ, ਉਸਨੂੰ ਖਾਮਖਾ ਫਸਾਇਆ ਗਿਆ। ਜਿਸ ਆਦਮੀ ਨੇ ਉਸ ਨੂੰ ਫਸਾਇਆ, ਜਿਸ ਨੇ ਉਸ ਦਾ ਪਰਿਵਾਰ ਖਤਮ ਕੀਤਾ, ਉਸ ਦੇ ਰਿਸ਼ਤੇਦਾਰ ਮਾਰੇ, ਔਰ ਜਿਸ ਨੇ ਹਜ਼ਾਰਾਂ ਲੋਕ ਇੱਥੇ ਪੰਜਾਬ ਦੇ ਵਿੱਚ ਹਜ਼ਾਰਾਂ ਬੱਚੇ ਇਸ ਤਰ੍ਹਾਂ ਮਾਰੇ, ਉਸ ਨੂੰ ਸਾਰਿਆਂ ਤੋਂ ਵੱਧ ਪੁਸ਼ਤਪਨਾਹੀ ਉਸ ਦੀ ਅਕਾਲੀ ਦਲ ਨੇ ਕੀਤੀ। ਹੁਣ ਇਹ ਮਸਲਾ ਉਹਦੇ ਦਿੱਲੀ ਸਰਕਾਰ ਦੇ ਕੋਲ ਸੀ ਔਰ ਉਹ ਬੜੇ ਆਰਾਮ ਨਾਲ ਇਸ ਦੀ ਰਿਹਾਈ ਕਰ ਸਕਦੇ ਸੀ, ਲੇਕਿਨ ਨਹੀਂ ਕਰ ਰਹੇ। ਮੈਨੂੰ ਇਹ ਜਾਪਦਾ ਹੈ ਕਿ ਜਿਹੜੀ ਸਿੱਖਾਂ ਦੀ ਅਣਖ ਵਾਲੀ ਗੱਲ ਹੈ, ਜਾਂ ਹੁਣ ਦੇਖੋ ਜੇ ਸਿੱਖਾਂ ਦੇ ਵਿੱਚ ਅਣਖ ਨਾ ਹੁੰਦੀ ਤਾਂ ਇਹ ਇਹੋ ਜਿਹੇ ਜੁਰਮਾਨਿਆਂ ਦਾ ਮੁਕਾਬਲਾ ਕਰਦੇ, ਜਿਹੋ ਜਿਹੇ ਇੱਧਰ ਸਰਹੱਦ ਪਾਰ ਤੋਂ ਸਦੀਆਂ ਦੇ ਆ ਰਹੇ ਸਨ, ਘੱਟੋ ਘੱਟ 1009 ਤੋਂ ਇੱਥੇ ਹਮਲੇ ਕਰਦੇ ਆ ਰਹੇ ਸਨ, ਉਹਨਾਂ ਦਾ ਮੁਕਾਬਲਾ ਕਰਦੇ। ਇਹ ਜੇ ਅਣਖ ਤੁਹਾਡੇ ਹੱਕ ਦੇ ਵਿੱਚ ਵਰਤੀ ਜਾਂਦੀ ਹੈ ਤਾਂ ਤੁਹਾਨੂੰ ਇਸ ਤੋਂ ਚਿੜ ਨਹੀਂ ਹੋਣੀ ਚਾਹੀਦੀ। ਲੇਕਿਨ ਜਾਪਦਾ ਇਹ ਹੈ ਕਿ ਇਹ ਸਿੱਖੀ ਦੀ ਜਿਹੜੀ ਅਣਖ ਹੈ, ਇਸ ਨੂੰ ਬਰਦਾਸ਼ਤ ਕਰਨ ਵਾਸਤੇ ਕੋਈ ਵੀ ਸਰਕਾਰ ਤਿਆਰ ਨਹੀਂ। ਤੇ ਉਹ ਇੱਕ ਪਾਸੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਹਮਲੇ ਮਾਰ ਰਹੇ ਹਾਂ, ਖਾਸ ਜਗਤਾਰ ਸਿੰਘ ਹਵਾਰਾ ਦੇ ਉੱਤੇ ਜਦੋਂ ਕੋਈ ਕੇਸ ਖਤਮ ਹੁੰਦਾ ਦੂਸਰਾ ਬਣਾ ਲਿਆ ਜਾਂਦਾ ਹੈ, ਕਈ ਕੱਢ ਲਏ ਜਾਂਦੇ ਆ। ਔਰ ਹੁਣ ਇਹ ਇੱਕ ਨਵਾਂ ਜਿਹੜਾ ਆਇਆ ਸੀ ਮੁੰਡਾ, ਇਸ ਨੂੰ ਤੇ ਇਸ ਦੇ ਸਾਥੀਆਂ ਨੂੰ ਫੜ ਕੇ ਹੋਰ ਨਵੇਂ ਬੰਦੀ ਸਿੰਘ ਬਣਾ ਲੈਣ। ਇਹ ਸਾਰਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਿਆ ਆ ਰਿਹਾ ਕਾਫੀ ਸਾਲਾਂ ਤੋਂ। ਕਈ ਸਰਕਾਰਾਂ ਆਈਆਂ, ਕਈ ਸਰਕਾਰਾਂ ਗਈਆਂ, ਲੇਕਿਨ ਕਿਸੇ ਵੀ ਸਰਕਾਰ ਨੇ ਸਿੱਖਾਂ ਦਾ ਪੱਖ ਨਹੀਂ ਸੁਣਿਆ। ਹੁਣ ਇਹ ਸਿੱਖ ਵੀ ਥੋੜਾ ਜਿਹਾ ਅਣਗਹਿਲੀ ਕਰ ਗਏ ਕਿ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਤੇ ਇਹ ਆਵਾਜ਼ ਜਿਸ ਤਰ੍ਹਾਂ ਹੁਣ ਉਠਾ ਰਹੇ ਨੇ, ਇਸ ਤਰ੍ਹਾਂ ਉਸ ਵੇਲੇ ਜੇ ਉਠਾਉਂਦੇ ਜਿਸ ਵੇਲੇ ਇਹਨਾਂ ਦੀ ਸਰਕਾਰ ਬਣੀ ਹੋਈ ਸੀ ਤਾਂ ਬਿਲਕੁਲ ਇਹ ਵਾਜਬ ਸੀ ਕਿ ਲੋਕਾਂ ਨੂੰ ਇਹਦੀ ਗੱਲ ਸੁਣਨੀ ਪੈਂਦੀ, ਸਰਕਾਰ ਨੂੰ ਇਹ ਸਾਰਾ ਕੁਝ ਕਰਨਾ ਪੈਂਦਾ, ਲੇਕਿਨ ਇਸ ਦੇ ਵਿੱਚ ਇਹ ਧੋਖਾ ਖਾ ਗਏ। ਜੀ ਮਿਹਰਬਾਨੀ। ਬਰਾਗੀ 2 ਲਾਈਨਾਂ, ਸਮਾਂ ਤਾਂ ਹੈ ਹੀ ਨਹੀਂ, ਪਰ ਮੈਂ ਚਾਹੁੰਦਾ ਕਿ 2 ਲਾਈਨਾਂ ਦਾ ਕਮੈਂਟ ਤੁਸੀਂ ਜ਼ਰੂਰ ਕਰੋ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ। ਨਹੀਂ ਦੇਖੋ ਜੀ, ਡਿਸਪਾਈਟ ਦਾ ਰੀਜਨਲ ਆਇਡੈਂਟੀਟੀ, ਚਾਹੇ ਉਹ ਪੰਜਾਬੀ ਹੈ, ਚਾਹੇ ਬਿਹਾਰੀ ਆ, ਚਾਹੇ ਸਿੱਖ ਆ, ਚਾਹੇ ਹਿੰਦੂ ਆ, ਵਾਇਓਲੇਸ਼ਨ ਆਫ ਹਿਊਮਨ ਰਾਈਟਸ ਨਹੀਂ ਹੋਣੀ ਚਾਹੀਦੀ। ਇਹ ਸਾਡਾ ਸੰਵਿਧਾਨ ਵੀ ਕਹਿੰਦਾ। ਇਹਦੇ ਲਈ ਇਕੱਲਾ ਸਿੱਖਾਂ ਨੂੰ ਹੀ ਨਹੀਂ, ਇਹਦੇ ਵਿੱਚ ਹਿੰਦੂਆਂ ਨੂੰ ਵੀ, ਮੁਸਲਮਾਨਾਂ ਨੂੰ ਵੀ ਮੈਨੂੰ ਲੱਗਦਾ ਵੱਡੇ ਲੈਵਲ ਤੇ ਐਜੂਕੇਸ਼ਨ ਕਰਨ ਦੀ ਲੋੜ ਹੈਗੀ ਆ, ਜਿਨ੍ਹਾਂ ਦੇ ਵਿੱਚ ਸਿੱਖ ਭਾਈਚਾਰੇ ਤੋਂ ਹੀ ਨਹੀਂ ਦੂਜੇ ਭਾਈਚਾਰਿਆਂ ਤੋਂ ਵੀ ਲੋਕ ਬੈਠੇ ਨੇ, ਸੜ ਰਹੇ ਨੇ, ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਪਰ ਕਿਵੇਂ ਨਾ ਕਿਵੇਂ ਪਰਸਨਲ ਸਕੋਰ ਸੈਟਲ ਕਰਨ ਲਈ ਉਹਨਾਂ ਨੂੰ ਉੱਥੇ ਫੇਰ ਰੱਖਿਆ ਜਾ ਰਿਹਾ। ਇਹ ਮਨੁੱਖੀ ਅਧਿਕਾਰਾਂ ਦਾ ਕਾਣ ਆ, ਇਹ ਨਹੀਂ ਹੋਣਾ ਚਾਹੀਦਾ। ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ। ਜਿਸ ਮੁੱਦੇ ਤੇ ਆਪਾਂ ਅੱਜ ਬਹਿਸ ਦਾ ਕੇਂਦਰ ਬਿੰਦੂ ਲਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗਵਰਨਰ ਨਾਲ ਮੁਲਾਕਾਤ ਕਰਕੇ ਇੱਕੋ ਗੱਲ ਕੀਤੀ ਹੈ, ਗੁਰਬਾਣੀ ਪ੍ਰਸਾਰਣ ਦੇ ਮੁੱਦੇ ਤੇ ਸਰਕਾਰ ਦੀ ਸੋਚ ਹੈ, ਜੋ ਬਿੱਲ ਲਿਆਂਦਾ ਗਿਆ ਉਹਨੂੰ ਐਕਟ 1 ਤੋਂ ਰੋਕਿਆ ਜਾਵੇ, ਦਖਲ ਦਾ ਮਾਮਲਾ। ਦੂਜੇ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੈ, ਤੇ ਕਿਧਰੇ ਵੱਡੇ ਸਵਾਲ ਜਿਹੜੇ ਹੈਗੇ ਸਿੰਘ ਸਾਹਿਬਾਨ ਅਕਾਲ ਤਖਤ ਦੇ ਜਿਹੜੇ ਜਥੇਦਾਰ ਰਹੇ ਹੈ, ਉਹਨਾਂ ਨੂੰ ਲੈ ਕੇ ਵੀ ਆਪਣੇ ਢੰਗ ਨਾਲ ਆਪਣੇ ਨਜ਼ਰੀਏ ਤੋਂ ਉੱਠ ਰਹੇ ਹੈ। ਸਵਾਲਾਂ ਦਾ ਸਵਾਲ ਹੈ ਕਿ ਜਿਸ ਪ੍ਰਸਥਿਤੀ 'ਚੋਂ ਪੰਜਾਬ ਗੁਜ਼ਰ ਰਿਹਾ ਹੈ, ਇਸ ਪ੍ਰਸਥਿਤੀ ਦੇ ਸਾਂਭਣ ਦੇ ਲਈ, ਇਸ ਪ੍ਰਸਥਿਤੀ ਨੂੰ ਸੰਭਾਲਣ ਦੇ ਲਈ ਕਿ ਇੱਦਾਂ ਦੇ ਜਿਹੜੇ ਵਖਰੇਵੇਂ ਹੈ ਉਹ ਪੰਜਾਬ ਦੇ ਹਿੱਤ 'ਚ ਸਾਰਥਕ ਹੈ, ਜਾਂ ਜਿੱਦਾਂ ਸਾਡੇ ਮਹਿਮਾਨਾਂ ਦੀ ਰਾਏ ਹੈ ਕਿ ਇਹਨਾਂ ਮੁੱਦਿਆਂ 'ਤੇ ਸਿਰ ਜੋੜ ਕੇ ਉਪਰਾਲੇ ਕਰਨ ਦੀ ਲੋੜ ਹੈ, ਤਾਂ ਹੀ ਨਤੀਜੇ ਸਾਹਮਣੇ ਆਉਣਗੇ। ਇਹਨਾਂ ਮਾਮਲਿਆਂ 'ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਆਪਾਂ ਆਪਣੇ ਮਹਿਮਾਨਾਂ ਦੇ ਧੰਨਵਾਦੀ ਹਾਂ, ਅਤੇ ਨਾਲ ਹੀ ਤੁਹਾਡੇ ਵੱਲੋਂ ਵੀ ਲਵਾਂਗੇ ਇਜਾਜ਼ਤ। ਸਤਿ ਸ੍ਰੀ ਅਕਾਲ।